ਸਵਾਲ ਤੇ ਹੀ ਆਉਣਾ ਜੀ ਜਿਹੜੀ ਐਕਸਪ੍ਰੈਸ ਐਂਟਰੀ ਵੀਜ਼ਾ ਇਹ ਕੀ ਚੀਜ਼ ਹੈਗਾ ਔਰ ਕੀ ਇਹ ਵਿਦਨ ਕੈਨੇਡਾ ਕੀਤਾ ਜਾ ਸਕਦਾ ਜਾਂ ਆਊਟਸਾਈਡ ਕੈਨੇਡਾ ਕੀਤਾ ਜਾ ਸਕਦਾ ਹੈ ਜਾਂ ਇਸ ਵੇਲੇ ਇੱਕ ਜਗ੍ਹਾ ਤੇ ਕੀਤਾ ਜਾ ਸਕਦਾ ਹੈ? ਰਾਜ ਸਾਹਿਬ, ਐਕਸਪ੍ਰੈਸ ਐਂਟਰੀ ਦੇ ਵਿੱਚ ਨਾ 3 ਸਟਰੀਮਸ ਹੈਗੀ। ਐਕਸਪ੍ਰੈਸ ਐਂਟਰੀ ਬੇਸਿਕਲੀ ਪੁਆਇੰਟ ਸਿਸਟਮ ਵੀਜ਼ਾ ਜਿਹਨੂੰ ਅਸੀਂ ਪਹਿਲਾਂ ਕਹਿੰਦੇ ਸੀਗੇ, ਤੇ ਇਟ ਇਜ਼ ਦਾ ਸੇਮ ਸਕਿਲਡ ਵਰਕਰ ਪੁਆਇੰਟ ਸਿਸਟਮ। ਜੀ ਇਹਦੇ ਵਿੱਚ ਨਾ 3 ਕੈਟੇਗਰੀਜ਼ ਫਾਲ ਕਰਦੀਆਂ ਐਕਸਪ੍ਰੈਸ ਐਂਟਰੀ ਦੇ ਵਿੱਚ। ਇੱਕ ਤਾਂ ਹੋ ਗਏ ਜਿਹੜੇ ਪੁਆਇੰਟ ਸਿਸਟਮ ਦੇ ਉੱਤੇ ਰੈਗੂਲਰਲੀ ਕੁਆਲੀਫਾਈ ਕਰਦੇ ਨੇ, ਉਹਨਾਂ ਨੂੰ ਅਸੀਂ ਸਕਿਲਡ ਵਰਕਰਸ ਕਹਿੰਦੇ ਹਾਂ। ਇੱਕ ਹੈਗੇ ਸਕਿਲ ਟ੍ਰੇਡ। ਸਕਿਲ ਟ੍ਰੇਡਸ ਦੇ ਵਿੱਚ ਆ ਜਾਂਦੇ ਨੇ ਜੀ ਕਾਰਪੈਂਟਰਸ, ਇਲੈਕਟ੍ਰੀਸ਼ੀਅਨਸ, ਪਲੰਬਰਸ, ਮਸ਼ੀਨਿਸਟ, ਮਸ਼ੀਨ ਆਪਰੇਟਰਸ, ਡੀਜ਼ਲ ਮਕੈਨਿਕਸ, ਕੁਕਸ, ਸ਼ੈਫਸ, ਬੇਕਰ, ਸਾਰੇ ਇਸ ਕੈਟੇਗਰੀ ਦੇ ਵਿੱਚ ਫਾਲ ਕਰਦੇ। ਤੀਜੀ ਕਲਾਸ ਹੈਗੀ ਜੀ CEC, ਕੈਨੇਡੀਅਨ ਐਕਸਪੀਰੀਅੰਸ ਕਲਾਸ। ਸੋ ਕੈਨੇਡੀਅਨ ਐਕਸਪੀਰੀਅੰਸ ਦੀ ਕਲਾਸ ਦੇ ਵਿੱਚ ਜਿਹੜੇ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਵਰਕ ਪਰਮਿਟ ਦੇ ਉੱਤੇ 1 ਸਾਲ ਜਿਹਨਾਂ ਨੂੰ ਹੋ ਗਿਆ ਕੰਮ ਕਰਦਿਆਂ ਹੋਇਆਂ, ਉਹ ਕੁਆਲੀਫਾਈ ਕਰਦੇ ਨੇ। ਨਾਲ ਦੀ ਨਾਲ ਸਟੂਡੈਂਟਸ ਜਿਹੜੇ ਪੜ੍ਹਾਈ ਕਰ ਲਈ 1 ਸਾਲ ਕੰਮ ਕਰ ਲਿਆ, ਉਹ ਕੁਆਲੀਫਾਈ ਕਰਦੇ ਨੇ। ਈਵਨ ਇੰਟਰਾ ਕੰਪਨੀ ਟ੍ਰਾਂਸਫਰੀ ਜਾਂ ਜਿਹੜੇ ਬਿਜ਼ਨਸ ਵੀਜ਼ਾਸ ਤੇ ਕੈਨੇਡਾ ਆਉਂਦੇ ਨੇ, 1 ਸਾਲ ਜਿਹਨਾਂ ਨੂੰ ਕੰਪਲੀਟ ਹੋ ਜਾਂਦਾ ਕੈਨੇਡਾ ਦੇ ਵਿੱਚ ਕੰਮ ਕਰਦੇ ਆ, ਬਿਜ਼ਨਸ ਕਰਦੇ ਆ, ਉਹ ਇਸ ਸਟਰੀਮ ਦੇ ਵਿੱਚ ਕੁਆਲੀਫਾਈ ਕਰਦੇ। ਸੋ ਆ ਸਾਰੀ ਸਟਰੀਮ ਨੂੰ ਮਿਲ ਜੁਲ ਕੇ ਐਕਸਪ੍ਰੈਸ ਐਂਟਰੀ ਸਟਰੀਮ ਕਹਿੰਦੇ ਆ। ਜੀ ਇਹਦੇ ਵਿੱਚ ਹੁਣ ਕੀ ਜਿਹੜੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਇਕੱਲੇ ਉਹੀ ਅਪਲਾਈ ਕਰ ਸਕਦੇ ਨੇ ਜਾਂ ਜਿਹੜੇ ਕੈਨੇਡਾ ਤੋਂ ਬਾਹਰ ਨੇ ਉਹ ਵੀ ਅਪਲਾਈ ਕਰ ਕਿ ਇਸ ਸਾਲ ਸਾਰੇ ਸਾਲ ਦੇ ਵਿੱਚ ਟਰੈਵਲ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ। ਸੋ ਇੰਡੀਆ ਤੋਂ ਖਾਸ ਕਰ, ਇੰਡੀਆ ਇਜ਼ ਵਨ ਆਫ ਦਾ ਮੇਜਰ ਸੋਰਸ ਕੰਟਰੀਜ਼ ਟੂ ਕੈਨੇਡਾ। ਸੋ ਉੱਥੋਂ ਐਪਲੀਕੈਂਟਸ ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਨੂੰ ਵੀਜ਼ਾ ਲੱਗਾ ਹੋਇਆ ਉਹ ਵੀ ਲੈਂਡ ਨਹੀਂ ਕਰ ਪਾ ਰਹੇ। ਐਂਡ ਈਵਨ ਸਾਰੇ ਦੁਨੀਆ ਤੋਂ ਹੀ ਰਾਦਰ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ। ਈਵਨ US ਦੇ ਨਾਲ ਸਾਡਾ ਬਾਰਡਰ ਵੀ ਐਂਡ ਕਾਫੀ ਸਾਰੀਆਂ ਫਲਾਈਟਸ ਕਾਫੀ ਸਾਰੀ ਕੰਟਰੀਜ਼ ਤੋਂ ਇਸ ਟਾਈਮ ਬੰਦ। ਲਾਸਟ ਈਅਰ ਦਾ ਨੱਥ ਸਾਹਿਬ ਜਿਹੜਾ ਟਾਰਗੇਟ ਸੀਗਾ ਉਹ 3.5 ਲੱਖ ਇਮੀਗ੍ਰੈਂਟ ਦਾ ਸੀਗਾ। 3.5 ਲੱਖ ਇਮੀਗ੍ਰੈਂਟ ਦੇ ਵਿੱਚ ਇੱਕ ਮਿੰਟ ਥੋੜਾ ਹੋਲਡ ਕਰੋਗੇ ਜੀ, ਮੈਂ ਪਹਿਲਾਂ ਕਾਲ ਆਉਣਾ, ਇਸ ਮੁੜ ਕੇ ਮੈਂ ਫਿਰ ਇਸੇ ਸਵਾਲ ਤੇ ਆਉਣਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ ਤੁਹਾਡਾ? ਨਰਸ ਸਾਹਿਬ ਸਤਿ ਸ੍ਰੀ ਅਕਾਲ ਜੀ। ਮਨੂ ਨਤੇਨ ਸਤਿ ਸ੍ਰੀ ਅਕਾਲ। ਹਾਂਜੀ, ਕੀ ਮੈਂ ਦਰਸ਼ਨ ਸਿੰਘ ਬੋਲ ਰਿਹਾ ਜੀ ਵਿਨੀਪੈਗ ਤੋਂ। ਮੈਂ ਪੁੱਛਣਾ ਸੀ ਜਿਹੜੀਆਂ ਨੈਣੀ ਗਿਵਨ ਕੇਅਰ ਦੀਆਂ ਹੈਗੀਆਂ ਨਾ ਐਪਲੀਕੇਸ਼ਨਾਂ 2021 ਦੀਆਂ ਆਈਆਂ, ਉਹਨਾਂ ਦੇ ਟੈਂਪਰੇਰੀ ਨੰਬਰ ਕਦੋਂ ਤੋਂ ਆਉਣੇ ਸ਼ੁਰੂ ਹੋਣੇ ਨੇ? ਨੈਣੀ ਕੇਅਰ ਦੀਆਂ ਜੀ 2021 ਤੋਂ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਤੁਹਾਨੂੰ ਅਸੀਂ ਸਕਰੀਨ ਤੇ ਜਵਾਬ ਦਿੰਦੇ ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਪਹਿਲਾਂ ਦਿੱਤਾ ਜੀ ਆਪਾਂ ਜਿਹੜੀ ਤੁਸੀਂ ਪਹਿਲੀ ਗੱਲ ਕਰ ਰਹੇ ਸੀ ਉਹ ਕਰ ਲੈਂਦੇ ਹਾਂ, ਤੇ ਉਸ ਮੋਰ ਫਿਰ ਨੈਣੀ ਵਾਲੇ ਤੇ ਕੇਸ ਤੇ ਆਵਾਂਗੇ ਜੀ। 3.5 ਲੱਖ ਦੀ ਤੁਸੀਂ ਗੱਲ ਕੋਈ ਨੰਬਰ ਦੀ ਗੱਲ ਕਰ ਰਹੇ ਸੀਗੇ ਜੀ। ਲਾਸਟ ਈਅਰ 3.5 ਲੱਖ ਇਮੀਗ੍ਰੈਂਟਸ ਦਾ ਟਾਰਗੇਟ ਸੀਗਾ 2020 ਦੇ ਵਿੱਚ। ਸਿਰਫ 1,189,000 ਇਮੀਗ੍ਰੈਂਟਸ ਜੀ ਉਹਦੇ ਵਿੱਚ ਵੀ ਤਕਰੀਬਨ 70-80 ਹਜ਼ਾਰ ਐਪਲੀਕੈਂਟ ਇਹੋ ਜਿਹਾ ਸੀਗਾ ਜਿਨ੍ਹਾਂ ਦੇ ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ ਇਸ਼ੂ ਹੋ ਗਈ, ਬਟ ਉਹ ਟਰੈਵਲ ਨਹੀਂ ਕਰ ਸਕੇ। ਉਹਨਾਂ ਦਾ ਕਨਫਰਮੇਸ਼ਨ ਆਫ COPR ਐਕਸਪਾਇਰ ਹੋ ਗਿਆ। ਇੰਡੀਆ 'ਚ ਬੈਠੇ, ਚਾਈਨਾ 'ਚ ਬੈਠੇ, ਫਿਲੀਪੀਨਸ ਬੈਠੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਸੋ ਉਹ ਟਰੈਵਲ ਹੀ ਨਹੀਂ ਕਰ ਪਾਏ। ਸੋ ਗਵਰਨਮੈਂਟ ਦੇ ਜਿਹੜੇ ਟਾਰਗੇਟ ਸੀਗੇ ਨਾ ਉਹ ਬੈਡਲੀ ਇੰਪੈਕਟ ਹੋਏ ਲਾਸਟ। ਸੋ ਇਸ ਸਾਲ ਗਵਰਨਮੈਂਟ ਨੇ ਸੋਚਿਆ ਕਿ ਟਾਰਗੇਟਸ ਜਿਹੜੇ ਹੈਗੇ ਨੇ ਸਾਡੇ ਨੰਬਰਸ, ਅਸੀਂ ਚਾਹੁੰਦੇ ਕਿ 4,01,000 ਇਮੀਗ੍ਰੈਂਟ 2021 ਦੇ ਵਿੱਚ ਕੈਨੇਡਾ ਲੈਂਡ। ਹੁਣ ਟਰੈਵਲ ਰਿਸਟ੍ਰਿਕਸ਼ਨਸ ਵੀ ਚੱਲ ਰਹੀਆਂ, ਪੈਂਡੈਮਿਕ ਕਰਕੇ ਇੰਨੇ ਵੱਡੇ ਇਸ਼ੂਜ਼ ਵੀ ਚੱਲ ਰਹੇ ਨੇ, ਐਂਡ ਬਾਹਰੋਂ ਲੋਕੀ ਆ ਵੀ ਨਹੀਂ ਪਾ ਰਹੇ। ਜਿਨ੍ਹਾਂ ਦੇ ਪਿਛਲੇ ਸਾਲ ਦੇ COPR ਇਸ਼ੂ ਹੋਏ ਨੇ ਉਹ ਵੀ ਅਸੀਂ ਨਵੇਂ ਇਸ਼ੂ ਨਹੀਂ ਕੀਤੇ, ਤੇ ਕਿੱਥੋਂ ਐਪਲੀਕੈਂਟਸ ਹੋਣਗੇ? So that is the reason government ਨੇ ਐਂਡ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ, ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਨੇ ਕਿਹਾ ਸਾਡੇ ਜਿਹੜੇ ਐਪਲੀਕੈਂਟਸ ਹੋਣੇ ਚਾਹੀਦੇ ਨੇ ਕੈਨੇਡਾ ਹੋਣੇ ਚਾਹੀਦੇ ਫॉर ਐਟਲੀਸਟ ਫਸਟ ਫਿਊ ਮੰਥ। ਐਸੇ ਕਰਕੇ ਜਿਹੜਾ ਟਾਰਗੇਟ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ, ਐਸੇ ਕਰਕੇ ਸਟੂਡੈਂਟਸ ਵਾਸਤੇ ਨਵੀਂ ਕੈਟੇਗਰੀਜ਼ ਉਲੀਕੀਆਂ ਗਈਆਂ ਤਾਂ ਕਿ ਪਬਲਿਕ ਪਾਲਿਸੀਆਂ ਬਣਾਈਆਂ ਗਈਆਂ ਤਾਂ ਕਿ ਸਟੂਡੈਂਟ ਆਰਾਮ ਦੇ ਨਾਲ PR ਵਾਸਤੇ ਕੁਆਲੀਫਾਈ। ਨੱਥ ਸਾਹਿਬ ਤੁਹਾਨੂੰ ਯਾਦ ਹੋਏਗਾ ਕਿ 90,000 ਐਪਲੀਕੇਸ਼ਨ ਜਦੋਂ ਖੁੱਲੀਆਂ ਸੀਗੀਆਂ, ਹਾਂਜੀ ਪਿੱਛੇ ਜੇ ਖੁੱਲੀਆਂ ਨੇ, ਹਾਂਜੀ, ਉਦੋਂ ਸਟੂਡੈਂਟ ਵਾਸਤੇ ਐਪਲੀਕੇਸ਼ਨ 40,000 ਰਿਜ਼ਰਵ ਕੀਤੀਆਂ ਗਈਆਂ ਸੀ। ਵਿਦਿਨ 1 ਡੇ, ਵਿਦਿਨ ਲੈਸ ਦੈਨ 24 ਆਵਰਸ 40,000 ਐਪਲੀਕੇਸ਼ਨ ਦਾ ਕੋਟਾ ਜਿਹੜਾ ਸੀਗਾ ਪੂਰਾ ਹੋ ਗਿਆ। ਸੋ ਅੱਜ ਦੀ ਤਰੀਕ ਦੇ ਵਿੱਚ ਹੁਣ ਸਟੂਡੈਂਟਸ ਜਿਹੜੇ ਹੈਗੇ ਨੇ ਉਹ ਉਹੀ ਕੁਆਲੀਫਾਈ ਕਰ ਰਹੇ ਨੇ। ਗਵਰਨਮੈਂਟ ਆ ਵੀ ਸੋਚ ਰਹੀ ਹੈ ਕਿ ਵੀ ਹੈਵ ਟੂ ਐਡ ਮੋਰ ਕੋਟਾ ਔਰ ਅਨਲਿਮਿਟਿਡ ਕੋਟਾ ਟੂ ਇੰਟਰਨੈਸ਼ਨਲ ਸਟੂਡੈਂਟਸ। ਸੋ ਆ ਵੀ ਗੱਲਬਾਤ ਚੱਲ ਰਹੀ ਹੈ, ਪੋਸੀਬਿਲਿਟੀ ਦੇ ਉੱਤੇ ਡਿਸਕਸ਼ਨਸ ਹੋ ਰਹੀਆਂ ਹੈ। ਸੋ ਵੀ ਮਾਈਟ ਸੀ ਦਿਸ ਐਜ਼। ਹੁਣ ਦੂਸਰੇ ਬੰਨੇ ਆ ਗਏ ਨੱਥ ਸਾਹਿਬ ਜਿਹੜੇ ਵਰਕਰਸ ਹੈਗੇ ਨੇ, ਫੋਰਨ ਵਰਕਰਸ, ਜਿਸ ਤਰ੍ਹਾਂ ਫਾਰਮ ਵਰਕਰਸ, ਲੇਬਰ ਇਸ ਟਾਈਮ ਹੈਗੇ ਨੇ, ਕੁਕਸ ਹੈਗੇ ਨੇ, ਸ਼ੈਫਸ ਹੈਗੇ ਨੇ, ਪਲੰਬਰਸ, ਇਲੈਕਟ੍ਰੀਸ਼ੀਅਨ, ਬਹੁਤ ਸਾਰੇ ਟ੍ਰੇਡਸ ਦੇ ਵਿੱਚ IT ਸਪੈਸ਼ਲਿਸਟ, ਸੌਫਟਵੇਅਰ ਇੰਜੀਨੀਅਰਸ, ਬਹੁਤ ਸਾਰੇ ਸਪੈਸ਼ਲਾਈਜ਼ਡ ਸਕਿੱਲਸ ਵਾਲੇ ਲੋਕ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ। ਸੋ ਉਹ ਸਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੱਕ ਕੁਆਲੀਫਾਈ ਕਰ ਸਕਦੇ ਨੇ। ਈਵਨ ਜਿੰਨੀਆਂ ਨੈਨੀਜ਼ ਜਿਹੜੇ ਕੇਅਰ ਗਿਵਰ ਦੇ ਤੌਰ ਤੇ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ, ਜਿਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਹੋ ਗਿਆ,
Yeah. ਉਹ ਅੱਜ ਦੀ ਤਰੀਕ ਦੇ ਵਿੱਚ ਐਲੀਜੀਬਲ ਹੈਗੇ ਨੇ ਐਪਲੀਕੇਸ਼ਨ ਲਗਾਉਣ ਵਾਸਤੇ। Oh, ਇਸੇ ਅੱਛਾ। ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੋਮ ਸਪੋਰਟ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ, ਜਿਸ ਤਰ੍ਹਾਂ PSW ਪਰਸਨਲ ਸਪੋਰਟ ਵਰਕਰਸ ਜਿਹੜੇ ਹੈਗੇ ਨੇ, ਉਹ ਦੇ ਆਰ ਆਲ ਕੁਆਲੀਫਾਈਂਗ। ਇਸੇ ਤਰ੍ਹਾਂ ਟਰੱਕ ਡਰਾਈਵਰ ਜਿਹੜੇ ਹੈਗੇ ਨੇ, ਜਿਨ੍ਹਾਂ ਨੂੰ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ, ਦੇ ਆਰ ਆਲ ਕੁਆਲੀਫਾਈਂਗ। ਇਹ ਸਟਰੀਮਸ ਚੱਲ ਰਹੀਆਂ ਜੀ ਇਸ ਟਾਈਮ ਪਾਇਲਟ ਦੇ ਵਿੱਚ, ਐਂਡ 4 ਬੈਂਡ ਆਇਲਟ ਦੇ ਚਾਹੀਦੇ ਨੇ ਉਹਨਾਂ ਨੂੰ, CLB 4 ਚਾਹੀਦਾ ਹੈਗਾ। ਸੋ ਬੇਸਿਕਲੀ 4 ਬੈਂਡਸ ਹੀ ਲੈ ਲਈਏ ਤੇ ਇੱਕ ਦੇ ਵਿੱਚ 3.5 ਸਕੋਰ ਵੀ ਜੇ ਹੋਵੇ ਤਾਂ ਵੀ ਚੱਲ ਸਕਦਾ ਹੈਗਾ। ਸੋ 4 ਬੈਂਡ ਜੇ ਹੋਵੇ, 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੋਵੇ ਤੇ ਤੁਸੀਂ ਇਹਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਸੋ ਜਿੰਨੇ ਵੀ ਦੋਸਤ ਸਾਡੇ ਇਸ ਟਾਈਮ ਫੋਰਨ ਵਰਕਰ ਦੇ ਤੌਰ ਤੇ, ਇਵਨ ਜੈਨੀਟੋਰੀਅਲ ਜਿਹੜੇ ਹੈਗੇ ਨੇ, ਯੂਰਪ ਤੋਂ ਬਹੁਤ ਸਾਰੇ ਜੈਨੀਟੋਰੀਅਲਸ ਆਉਂਦੇ ਨੇ ਸਭ ਹਰ ਸਾਲ ਕੈਨੇਡਾ ਦੇ ਵਿੱਚ ਕੰਮ ਕਰਨ ਵਾਸਤੇ। ਸੋ ਜੇ ਜੈਨੀਟੋਰੀਅਲ ਦੇ ਤੌਰ ਤੇ ਵੀ ਜਿਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਹੋ ਗਿਆ, ਉਹ ਵੀ ਇਸ ਟਾਈਮ ਤੇ PR ਦੇ ਵਿੱਚ ਐਸੈਂਸ਼ੀਅਲ ਵਰਕਰ ਦੇ ਵਿੱਚ ਆਪਣੀ ਐਪਲੀਕੇਸ਼ਨ ਕਰ ਸਕਦੇ। ਇੱਕ ਸਵਾਲ ਹੈ ਇਸੇ ਤਰ੍ਹਾਂ ਸਵਾਲ ਲਾ ਲਾਂ ਜੀ ਮੈਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਅਸੀਂ ਪੁੱਛਿਆ ਸੀ ਫਿਜੀ ਕੇਸ ਲੱਗਿਆ ਹੈ ਸਾਡਾ, ਵੀ ਉਹਨਾਂ ਬਾਰੇ ਵੀ ਕੁਝ ਆ ਰਿਹਾ ਹੈ। ਸੌਰੀ, ਸੇ ਅਗੇਨ। ਹਾਂਜੀ, ਦੁਬਾਰਾ ਕਹੋਗੇ ਤੁਸੀਂ ਕਾਹਦਾ ਜੀ? ਫਿਜੀ ਕੇਸ ਲੱਗਿਆ ਹੋਇਆ ਹੈ, ਉਹਨਾਂ ਬਾਰੇ Refugee ਵੀ case। ਕੁਝ ਹਾਂਜੀ ਕੁਝ ਕਰ ਰਹੇ ਹੋ? ਓਕੇ ਜੀ, ਅਪਡੇਟ ਕੁਝ ਜ਼ਰੂਰ ਦੱਸਿਓ ਜੀ। ਹੋਈ ਜ਼ਰੂਰ ਜੀ, ਓਕੇ ਜੀ, ਥੈਂਕ ਯੂ ਜੀ। ਹਾਂਜੀ, ਸਵਾਲ ਇੱਕ ਹੋਰ ਆ ਗਿਆ, ਮੈਂ ਤੁਹਾਨੂੰ ਆਵਾਜ਼ ਦਿੰਦਾ ਜੀ ਰੈਫਿਊਜੀ ਕੇਸਿਸ ਬਾਰੇ ਹੈ, ਤੇ ਪਹਿਲਾਂ ਜਿਹੜੀ ਤੁਸੀਂ ਗੱਲ ਕਰਨੀ ਸੀ ਉਹ ਪੂਰੀ ਕਰ ਲਈਏ ਜੀ। ਬਿਲਕੁਲ। ਹੁਣ ਨੱਥ ਸਾਹਿਬ, ਜਿਸ ਤਰ੍ਹਾਂ ਇੱਕ ਪਹਿਲੇ ਕਾਲਰ ਨੇ ਜਿਹੜਾ ਜਿਸ ਤਰ੍ਹਾਂ ਪੁੱਛਿਆ ਸੀਗਾ ਕੇਅਰ ਗਿਵਰ ਦੇ ਉੱਤੇ, ਕੇਅਰ ਗਿਵਰ, ਹਾਂਜੀ 2021 ਦੀ ਕੀ ਜੀ ਹਾਂ। ਇਸ ਟਾਈਮ ਤੇ 2019 ਐਂਡ 2020 ਦੀ ਐਪਲੀਕੇਸ਼ਨ ਦੇ ਉੱਤੇ ਕੰਮ ਹੋ ਲਾਸਟ ਈਅਰ ਐਸ ਸੱਚ ਕੋਈ ਵੀ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਈ ਕੇਅਰ ਗਿਵਰਸ ਦੇ ਤੌਰ ਤੇ, ਬਹੁਤ ਘੱਟ ਐਪਲੀਕੇਸ਼ਨ। ਉਸ ਤੋਂ ਬਾਅਦ ਜਦੋਂ ਪੈਂਡੈਮਿਕ ਨੇ ਇੰਪੈਕਟ ਕੀਤਾ ਤੇ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ। ਹੁਣ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਸਾਡੇ ਇਸ ਸਾਲ ਸਟੇਟਮੈਂਟ में ਦਿੱਤੀ ਹੈ ਕਿ 1500 ਐਪਲੀਕੇਸ਼ਨ ਸੀ ਜੂਨ ਤੱਕ ਪ੍ਰੋਸੈਸ ਕਰਨਾ, ਐਂਡ ਬਾਈ ਦਾ ਐਂਡ ਆਫ ਦਿਸ ਈਅਰ 5000 ਐਪਲੀਕੇਸ਼ਨ ਪ੍ਰੋਸੈਸ ਹੋ ਜਾਣ। ਹੁਣ ਨੱਥ ਸਾਹਿਬ, ਜਿਹੜੇ ਕੇਅਰ ਗਿਵਰ ਕੈਟੇਗਰੀ ਹੈਗੀ ਹੈ, ਇਹਦੇ ਵਿੱਚ 2 ਕੈਟੇਗਰੀਜ਼ ਮੇਨ। ਇੱਕ ਤੇ ਹੈਗੀ ਹੈ ਚਾਈਲਡ ਕੇਅਰ, ਜਿਹੜੇ ਚਾਈਲਡ ਕੇਅਰ ਨੂੰ ਲੁੱਕ ਆਫਟਰ ਕਰਨ ਵਾਸਤੇ, ਚਿਲਡਰਨ ਨੂੰ ਲੁੱਕ ਆਫਟਰ ਕਰਨ ਵਾਸਤੇ ਤੁਸੀਂ ਹਾਇਰ ਕਰਦੇ ਹੋ, ਉਹ ਕੇਅਰ ਗਿਵਰਸ ਹੁੰਦੇ ਨੇ। ਦੂਸਰਾ ਹੈਗਾ ਹੋਮ ਸਪੋਰਟ ਵਰਕਰਸ, ਚਾਈਲਡ ਕੇਅਰ ਵਰਕਰਸ ਐਂਡ ਹੋਮ ਸਪੋਰਟ ਵਰਕਰਸ। ਹੁਣ ਦੋਨਾਂ ਸਟਰੀਮਸ ਦੇ ਵਿੱਚ ਜਿਹੜਾ ਕੋਟਾ ਹੈਗਾ 2750 ਐਪਲੀਕੇਸ਼ਨ ਦਾ ਹੈਗਾ। ਜਿਹੜਾ ਚਾਈਲਡ ਕੇਅਰ ਸਟਰੀਮ ਦੇ ਵਿੱਚ ਹੈਗਾ 2750 ਐਪਲੀਕੇਸ਼ਨ, 2021 ਦਾ ਕੋਟਾ ਪੂਰਾ ਹੋ ਚੁੱਕਾ ਹੈ। ਹੁਣ ਨਵੀਂ ਐਪਲੀਕੇਸ਼ਨ ਚਾਈਲਡ ਕੇਅਰ ਸਟਰੀਮ ਦੇ ਵਿੱਚ 2021 ਵਾਸਤੇ ਨਹੀਂ ਲਿਖੀ। ਐਪਲੀਕੇਸ਼ਨਸ ਹਾਲੇ ਵੀ ਪ੍ਰੋਸੈਸ ਹੋ ਰਹੀਆਂ, ਉਹਦਾ ਕੋਟਾ ਹਲੇ ਵੀ ਚੱਲ ਰਿਹਾ ਹੈਗਾ, ਉਹਦੇ ਵਿੱਚ ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ। ਸੋ ਜਿਹੜੇ ਸਾਨੂੰ ਫੋਨ ਕੀਤਾ ਸੀਗਾ, ਜਿਹਨਾਂ ਨੇ ਕਿਹਾ ਸੀਗਾ ਕਿ 2021 ਦੇ ਐਪਲੀਕੇਸ਼ਨ ਲੱਗੀ ਹੈ ਜੀ ਉਹਨਾਂ ਦੀਆਂ, ਹਾਲੇ 2019 ਦੀਆਂ ਤੇ 2020 ਦੀਆਂ ਐਪਲੀਕੇਸ਼ਨ ਦੇ ਉੱਤੇ ਕੰਮ ਹੋਣਾ ਜੀ। 2021 ਉਸ ਤੋਂ ਬਾਅਦ ਸ਼ੁਰੂ ਹੋਏਗਾ। ਤੇ ਦੂਸਰਾ ਸਵਾਲ ਸੀਗਾ ਜੀ ਰੈਫਿਊਜੀਜ਼ ਦਾ ਕੇਸ ਹੈ, ਸਰਕਾਰ ਇਸ ਵੇਲੇ ਰੈਫਿਊਜੀਜ਼ ਬਾਰੇ ਕੁਝ ਕਰ ਵੀ ਰਹੀ ਹੈ ਜਾਂ ਬਿਲਕੁਲ ਠੱਪ ਹੈ ਜੀ ਉਹ ਕੰਮ? ਸਰ, ਰਿਫਿਊਜੀਜ਼ ਦੇ ਉੱਤੇ ਜਿਹੜਾ ਮੇਨ ਇਸ ਟਾਈਮ ਤੇ PR ਜਿਹਨਾਂ ਨੂੰ ਗ੍ਰਾਂਟ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹੈਲਥ ਕੇਅਰ ਸਰਵਿਸਿਜ਼ ਦੇ ਵਿੱਚ ਐਕਸਪੀਰੀਅੰਸ ਹੈਗਾ, ਜਿੰਨੇ ਵੀ ਰਿਫਿਊਜੀਜ਼ ਹੈਲਥ ਕੇਅਰ ਸਿਸਟਮ ਦੇ ਵਿੱਚ ਕੰਮ ਕਰ ਰਹੇ ਨੇ, ਉਹ ਦੇ ਆਰ ਆਲ ਐਲੀਜੀਬਲ ਟੂ ਪੁੱਟ ਇਨ देयर ਐਪਲੀਕੇਸ਼ਨ ਫॉर ਪਰਮਾਨੈਂਟ ਰੈਜ਼ੀਡੈਂਸੀ ਇਸ ਟਾਈਮ, ਐਂਡ ਉਹਨਾਂ ਵਾਸਤੇ ਇੱਕ ਪਾਇਲਟ ਪ੍ਰੋਜੈਕਟ ਵੀ ਚੱਲ ਰਿਹਾ ਹੈਗਾ। ਸੋ ਜਿੰਨੇ ਵੀ ਰਿਫਿਊਜੀਜ਼ ਹੈਲਥ ਕੇਅਰ ਸਿਸਟਮ ਦੇ ਵਿੱਚ ਹੈਗੇ ਨੇ, ਦੇ ਕੈਨ ਟੇਕ ਐਡਵਾਂਟੇਜ। ਅਦਰਵਾਈਜ਼ ਯੈਸ, ਐਵਰੀਥਿੰਗ ਇਜ਼ ਡਿਲੇਡ ਜੀ, ਐਂਡ ਹਲੇ ਉਹ ਅਦਰ ਦੈਨ ਹੈਲਥ ਕੇਅਰ ਹੋਰ ਕਿਸੇ ਸਟਰੀਮ ਦੇ ਉੱਤੇ ਕੰਮ ਨਹੀਂ ਹੋ ਰਿਹਾ। ਐਂਡ ਸਟ੍ਰੇਟ ਜੇ ਰਿਫਿਊਜੀਜ਼ ਦੀ ਗੱਲ ਕਰੀਏ, ਹੀਅਰਿੰਗਸ ਵਗੈਰਾ ਹਲੇ ਸਭ ਕੁਝ ਡਿਲੇਡ ਚੱਲ ਰਿਹਾ ਜੀ। ਬਿਜ਼ਨਸ ਵੀਜ਼ਾ ਦਿੱਤਾ ਜੀ, ਬਹੁਤ ਲੋਕ ਇਸ ਗੱਲ ਤੇ ਟਰਾਈ ਕਰਦੇ ਆਉਣਾ ਚਾਹੁੰਦੇ ਆ ਕਿ ਬਿਜ਼ਨਸ ਵੀਜ਼ੇ ਦੇ ਬੇਸ ਤੇ ਆਇਆ ਜਾਵੇ, ਐਂਡ ਇਟਸ ਅ ਪ੍ਰੀਟੀ ਵਾਸਟ ਆਈ ਗੈਸ ਕੇਸ ਹੈਗਾ। ਇਹਦੇ ਬਾਰੇ ਤੁਸੀਂ ਕੁਝ ਐਲੈਬੋਰੇਟ ਕਰੋਗੇ ਸਾਰੇ ਪੁਆਇੰਟਸ ਦੇ ਵਿੱਚ ਕਿ ਬਿਜ਼ਨਸ ਵੀਜ਼ਾ ਕਿਵੇਂ ਲਿਆ ਜਾ ਸਕਦਾ, ਕੌਣ ਲੈ ਸਕਦਾ, ਕਿਵੇਂ ਆ ਸਕਦਾ, ਸਮਾਂ ਕਿੰਨਾ ਲੱਗਦਾ? ਨੱਥ ਸਾਹਿਬ, ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਅਸੀਂ ਪਿਛਲੇ ਕੁਝ ਹਫ਼ਤਿਆਂ ਦੇ ਹਾਲਾਤ ਦੇਖੇ, ਜਾਂ ਕੁਝ ਲੋਟ ਆਫ ਪੀਪਲ ਫਰੋਮ ਇੰਡੀਆ, ਖਾਸ ਕਰ ਜਿਹੜੇ ਐਸਟੈਬਲਿਸ਼ਡ ਬਿਜ਼ਨਸਮੈਨ ਹੈਗੇ ਨੇ ਨਾ, ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇੱਕ ਬੱਚਾ ਜਾਂ ਇੱਕ ਐਪਲੀਕੈਂਟ ਉਹਨਾਂ ਦੇ ਘਰ ਦੇ ਵਿੱਚੋਂ ਬਾਹਰ ਆ ਜਾਵੇ। ਐਂਡ ਆਈ ਡੋਂਟ ਨੋ ਵਾਟ ਇਜ਼ ਦਾ ਰੀਜ਼ਨ, ਬਟ ਇਟ ਇਜ਼ ਦਾ ਟਰਮੋਇਲ ਪ੍ਰੋਬਬਲੀ, ਜਾਂ ਕਰੰਟ ਹਾਲਾਤ ਹੈਗੇ ਨੇ ਜਿਹਦੇ ਕਰਕੇ ਐਵਰੀਬਡੀ ਵਾਂਟਸ ਕਿ ਐਟਲੀਸਟ ਸਾਡਾ ਘਰ ਦਾ ਇੱਕ ਜੀ ਬਾਹਰ ਜਾ ਕੇ ਐਸਟੈਬਲਿਸ਼ ਹੋ ਜਾਵੇ। ਐਂਡ ਕੈਨੇਡਾ ਤੋਂ ਅੱਛਾ ਇਸ ਟਾਈਮ ਕੋਈ ਵੀ ਕੰਟਰੀ ਨਹੀਂ ਹੈਗਾ। ਜੇ ਅਸੀਂ ਗੱਲ ਕਰੀਏ ਕਿ ਜਿਹੜਾ ਇੱਕ ਸੇਫ ਕੰਟਰੀ ਹੈਗਾ, ਇੱਕ ਮਲਟੀਕਲਚਰਲ ਕੰਟਰੀ ਹੈਗਾ, ਜਿਹਦੇ ਵਿੱਚ
ਸਾਰੇ ਧਰਮਾਂ ਦੀ ਇੱਜ਼ਤ ਕੀਤੀ ਜਾਂਦੀ ਹੈਗੀ ਹੈ, এনवायरमेंट ਇਜ਼ ਐਕਸਲੈਂਟ, ਜਿੱਥੇ ਹੈਲਥ ਸਰਵਿਸਿਜ਼ ਬੜੀਆਂ ਅੱਛੀਆਂ ਹੈਗੀਆਂ, ਜਿੱਥੇ ਅਸੀਂ ਗੱਲ ਕਰੀਏ ਕਿ ਐਜੂਕੇਸ਼ਨ ਸਿਸਟਮ ਗ੍ਰੇਡ 12 ਤੱਕ ਫ੍ਰੀ ਹੈਗਾ ਬੱਚਿਆਂ ਵਾਸਤੇ, ਐਂਡ ਹੈਲਥ ਕੇਅਰ ਇਜ਼ ਆਲਸੋ ਫ੍ਰੀ। ਸੋ ਉਹਦੇ ਸਾਰੀ ਚੀਜ਼ਾਂ ਪਰਮੋਟੇਸ਼ਨ ਕੰਬੀਨੇਸ਼ਨ ਜਾਂ ਤੁਸੀਂ ਐਡ ਅਪ ਕਰਦੇ ਹੈਗੇ ਹੋ ਤੇ ਕੈਨੇਡਾ ਟਰਨਸ ਆਊਟ ਟੂ ਬੀ ਵਨ ਆਫ ਦਾ ਬੈਸਟ ਕੰਟਰੀਜ਼ ਟੂ ਇਮੀਗ੍ਰੇਟ। ਐਂਡ ਈਅਰ ਆਫਟਰ ਈਅਰ ਅਸੀਂ ਕਹਿੰਦੇ ਹਾਂ ਕਿ ਕੈਨੇਡਾ has been recognized as first few countries to best countries to live in. So ਇਸ ਸਾਲ ਵੀ ਨੱਥ ਸਾਹਿਬ ਇਹਦੇ ਵਿੱਚ ਜੇ ਗੱਲ ਕਰੀਏ ਬਿਜ਼ਨਸਮੈਨ, ਹੁਣ ਕਿਹੜੇ ਬਿਜ਼ਨਸਮੈਨ ਹੈਗੇ ਨੇ ਜੀ? ਹਾਂਜੀ, ਇਸ ਟਾਈਮ ਤੇ ਬਿਜ਼ਨਸਮੈਨ ਵਾਸਤੇ ਬੇਇੰਤਹਾ ਅੱਛੇ ਪ੍ਰੋਗਰਾਮ ਚੱਲ ਰਹੇ ਨੇ। ਅਸੀਂ ਓਨਰ ਆਪਰੇਟਰ ਦੀ ਪਹਿਲੇ ਗੱਲ ਕਰਦੇ ਸੀਗੇ ਕਿ ਓਨਰ ਆਪਰੇਟਰ ਵਾਸ ਵਨ ਆਫ ਦਾ ਬੈਸਟ ਪ੍ਰੋਗਰਾਮ, ਜਿਹਦੇ ਵਿੱਚ ਕੋਈ ਵੀ ਵਿਜ਼ਟਰ ਆਇਆ ਇੱਥੇ ਆ ਕੇ ਉਹਨੇ ਬਿਜ਼ਨਸ ਬਾਏ ਕੀਤਾ ਐਂਡ ਬਿਜ਼ਨਸ ਬਾਏ ਕਰਕੇ ਬਿਜ਼ਨਸ ਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਆਪਣੀ LMIA ਵਾਸਤੇ ਐਪਲੀਕੇਸ਼ਨ 200 ਪੁਆਇੰਟ ਦੀ ਲਗਾ ਸਕਦੇ ਸੀਗੇ। ਹੁਣ 200 ਪੁਆਇੰਟ ਦੀ ਐਪਲੀਕੇਸ਼ਨ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਐਪਲੀਕੈਂਟਸ ਨੇ ਐਪਲੀਕੇਸ਼ਨ ਲਗਾਈਆਂ ਜਿਹੜੇ ਟੈਕਨੀਕਲੀ 200 ਪੁਆਇੰਟ ਵਾਲਾ LMIA ਡਿਜ਼ਰਵ ਨਹੀਂ ਕਰਦੇ ਸੀਗੇ। ਸੋ ਉਸੇ ਕਰਕੇ ਗਵਰਨਮੈਂਟ ਕਾਫੀ ਮਹੀਨਿਆਂ ਤੋਂ ਚੇਂਜਸ ਸੋਚਦੀ ਪਈ ਸੀ ਕਿ ਕਿਸ ਤਰ੍ਹਾਂ ਇੰਪਲੀਮੈਂਟ ਕੀਤੀਆਂ ਜਾਣ। ਫਾਈਨਲੀ ਮਾਰਚ ਦੇ ਮਹੀਨੇ ਤੋਂ ਇੰਪਲੀਮੈਂਟੇਸ਼ਨ ਹੋ ਗਈ ਕਿ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਕਾਫੀ ਸਾਰੀ ਤਬਦੀਲੀਆਂ ਆਈਆਂ। ਹੁਣ ਤੁਹਾਡਾ ਬਿਜ਼ਨਸ ਘੱਟੋ ਘੱਟ 1 ਸਾਲ ਵਾਸਤੇ ਰਨ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਦੀ ਪਹਿਲੇ ਰਿਕੁਆਇਰਮੈਂਟ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਨਹੀਂ ਹੁੰਦੀ ਸੀਗੀ। ਸੋ ਹੁਣ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਓਕੇ, ਇੱਕ ਚੀਜ਼ ਹੋਰ ਨੱਥ ਸਾਹਿਬ ਕਿ ਕੱਲਾ ਓਨਰ ਆਪਰੇਟਰ ਹੈ, ਟਰੱਕ ਵਾਸਤੇ ਰਿਲੇਟਡ ਨਹੀਂ ਹੈਗਾ। ਕੋਈ ਵੀ ਤੁਸੀਂ ਬਿਜ਼ਨਸ ਰਨ ਕਰਦੇ ਹੋ, ਤੁਸੀਂ ਗੈਸ ਸਟੇਸ਼ਨ ਲੈ ਲਿਆ, ਤੁਸੀਂ ਇੱਥੇ ਆ ਕੇ ਕੋਈ ਸਟੋਰ ਲੈ ਲਿਆ, ਤੁਸੀਂ ਪਿਜ਼ਾ ਸਟੋਰ ਲੈ ਲਿਆ, ਕੋਈ ਰੈਸਟੋਰੈਂਟ ਸ਼ੁਰੂ ਕਰ ਦਿੱਤਾ, ਤੁਸੀਂ ਕੋਈ ਐਕਸਪੋਰਟ ਇੰਪੋਰਟ ਸ਼ੁਰੂ ਕਰ ਦਿੱਤਾ, ਤਾਂ ਸਾਰੀਆਂ ਕੈਟੇਗਰੀ ਦੇ ਵਿੱਚ ਬੀਇੰਗ ਅ ਓਨਰ ਤੁਸੀਂ ਆਪਰੇਟ ਵੀ ਕਰ ਰਹੇ ਹੋ, ਸੋ ਤੁਸੀਂ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਫਾਲ ਕਰਦੇ ਹੈਗੇ। ਹੁਣ ਪਹਿਲੇ ਓਨਰ ਆਪਰੇਟਰ ਕੈਟੇਗਰੀ ਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਸੀ, ਹੁਣ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟਸ ਵੀ ਇੰਟਰੋਡਿਊਸ ਕਰ ਦਿੱਤੀ ਗਈ ਗਵਰਨਮੈਂਟ ਵੱਲੋਂ। ਸੋ ਓਨਰ ਆਪਰੇਟਰ ਕੈਟੇਗਰੀ ਹੁਣ ਉਹੀ ਓਨਰ ਆਪਰੇਟਰ ਦੇ ਵਿੱਚ ਕੁਆਲੀਫਾਈ ਕਰਨਗੇ ਜਿਹੜੇ ਲੈਜੀਟੀਮੇਟਲੀ ਬਿਜ਼ਨਸ ਰਨ ਕਰਨਾ ਚਾਹੁੰਦੇ ਨੇ, ਕੈਨੇਡਾ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਐਂਡ ਲੈਜੀਟੀਮੇਟਲੀ ਜਿਹੜਾ ਬਿਜ਼ਨਸ ਬਾਏ ਕਰਕੇ ਆਪਣਾ PR ਵਾਸਤੇ ਕੁਆਲੀਫਾਈ ਹੋ ਸਕਦੇ ਨੇ। ਹੁਣ ਨੱਥ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ 200 ਪੁਆਇੰਟ ਵਾਲਾ LMIA ਬੜੇ ਸਿਲੈਕਟਿਵ ਕੇਸਿਸ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ, ਜਿਹਦੇ ਵਿੱਚ ਤੁਹਾਡਾ ਯੂ ਹੈਵ ਬੀਨ ਰਨਿੰਗ ਦਾ ਸ਼ੋ ਫॉर 1 ਈਅਰ ਐਂਡ ਉਸ ਤੋਂ ਬਾਅਦ ਤੁਸੀਂ ਆਪਣਾ ਬਿਜ਼ਨਸ 1 ਸਾਲ ਰਨ ਕਰਨ ਤੋਂ ਬਾਅਦ ਐਡਵਰਟਾਈਜ਼ਮੈਂਟ ਕਰਨ ਤੋਂ ਬਾਅਦ ਇਸ ਕੈਟੇਗਰੀ ਦੇ ਵਿੱਚ ਫਾਈਲ ਲਗਾਉਂਦੇ ਹੋ ਤੇ ਓਨਰ ਆਪਰੇਟਰ ਦੇ ਵਿੱਚ ਤੁਸੀਂ ਕੁਆਲੀਫਾਈ ਕਰਦੇ ਹੋ। ਹੁਣ ਨੱਥ ਸਾਹਿਬ ਇੱਕ ਹੋਰ ਕੈਟੇਗਰੀ ਦੇ ਬਾਰੇ ਗੱਲ ਕਰੂੰਗਾ, ਇੰਟਰਾ ਕੰਪਨੀ ਟ੍ਰਾਂਸਫਰ। ਇੰਟਰਾ ਕੰਪਨੀ ਹੁਣ ਜਿਸ ਤਰ੍ਹਾਂ ਵੱਡੀਆਂ ਕੰਪਨੀਆਂ ਹੈਗੀਆਂ, ਜਿਸ ਤਰ੍ਹਾਂ IT ਦੀਆਂ ਕਾਫੀ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀ ਇੰਡੀਆ ਬੇਸਡ ਹੈਗੀਆਂ, ਬਹੁਤ ਸਾਰੇ ਸੌਫਟਵੇਅਰ ਕੰਪਨੀਆਂ ਹੈਗੀਆਂ, ਟੈਲੀਕਮਿਊਨੀਕੇਸ਼ਨ ਕੰਪਨੀਆਂ ਹੈਗੀਆਂ, ਉਹ ਆਪਣਾ ਐਕਸਪੈਂਸ਼ਨ ਕਰਦੀਆਂ ਹੈਗੀਆਂ ਕੈਨੇਡਾ ਦੇ ਵਿੱਚ। ਉਹ ਇੱਥੇ ਆ ਕੇ ਆਪਣਾ ਆਫਿਸਿਸ ਖੋਲਦੇ ਹੈਗੇ ਨੇ, ਆਪਣੇ EMPLOYEES ਨੂੰ ਇੱਥੇ ਟ੍ਰਾਂਸਫਰ ਕਰਦੇ ਨੇ, ਉਹ ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ ਕੁਆਲੀਫਾਈ ਕਰਦੇ ਨੇ। ਹੁਣ ਇਹਦੇ ਨਾਲ ਵੱਡੀਆਂ ਕੰਪਨੀਆਂ ਦੇ ਨਾਲ ਛੋਟੇ ਬਿਜ਼ਨਸਮੈਨ ਵੀ ਇਸ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ। ਜਿਹਦਾ ਕੋਈ ਗੈਸ ਸਟੇਸ਼ਨ ਹੈਗਾ ਇੰਡੀਆ ਦੇ ਵਿੱਚ, ਉਹ ਗੈਸ ਸਟੇਸ਼ਨ ਹੀ ਇੱਥੇ ਆ ਕੇ ਆਪਣੇ ਬਿਜ਼ਨਸ ਦੇ ਵਿੱਚ ਹੋਰ ਐਕਸਪੈਂਸ਼ਨ ਕਰਨਾ ਚਾਹੁੰਦੇ ਨੇ ਤੇ ਉਹ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਨੇ। ਹੁਣ ਕੋਈ ਐਕਸਪੋਰਟਰ ਇੰਪੋਰਟਰ ਹੈਗਾ ਆ, ਉਹ ਉਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਨੇ ਜੇ ਉਹ ਐਕਸਪੈਂਸ਼ਨ ਕੈਨੇਡਾ ਦੇ ਵਿੱਚ ਕਰਨਾ। ਬਟ ਇਹਦੇ ਵਿੱਚ ਦੋਨਾਂ ਕੰਪਨੀਆਂ ਦੇ ਵਿੱਚ ਤੁਹਾਨੂੰ ਆਪਸ ਦੇ ਵਿੱਚ ਤੁਹਾਡਾ ਰੈਲੇਵੈਂਸ ਨਜ਼ਰ ਆਉਣਾ ਚਾਹੀਦਾ, ਤੁਹਾਡੀ ਪਾਰਟਨਰਸ਼ਿਪ ਨਜ਼ਰ ਆਣੀ ਚਾਹੀਦੀ। ਤੁਸੀਂ ਦੋਨੋਂ ਕੰਪਨੀਆਂ ਦੇ ਵਿੱਚ ਡਾਇਰੈਕਟਰ ਹੈਗੇ ਹੋ ਜਾਂ ਜੇ ਤੁਸੀਂ EMPLOYEE ਨੂੰ ਭੇਜ ਰਹੇ ਹੋ ਤਾਂ ਤੁਹਾਡਾ EMPLOYEE ਤੁਹਾਡੇ ਨਾਲ ਘੱਟੋ ਘੱਟ 2 ਤੋਂ 3 ਸਾਲ ਤੋਂ ਕੰਮ ਕਰ ਰਿਹਾ ਹੋਣਾ ਚਾਹੀਦਾ ਬੈਕ ਹੋਮ ਵਾਲੀ ਕੰਪਨੀ ਦੇ ਵਿੱਚ, ਨਾਮ ਸਿਮਿਲਰ ਹੋਣੇ ਚਾਹੀਦੇ ਨੇ। ਸੋ ਕਾਫੀ ਸਾਰੀਆਂ ਚੀਜ਼ਾਂ ਇੱਥੇ ਜਿਹੜੀ ਇਨਵੈਸਟਮੈਂਟ ਹੋ ਰਹੀ ਹੈ ਉਹ ਕਿੱਦਾਂ ਦੀ ਹੋ ਰਹੀ ਹੈ। ਸੋ ਕਾਫੀ ਲੋਕ ਇਸ ਪ੍ਰੋਗਰਾਮ ਦੇ ਵਿੱਚ ਵੀ ਕੁਆਲੀਫਾਈ ਕਰ ਸਕਦੇ ਨੇ। ਜਿਹਨੇ ਦੋ ਸਾਡੇ ਜੇ IT ਕੰਪਨੀਆਂ ਹੈਗੀਆਂ ਉਹ ਵੀ ਕੋਈ ਐਸਟੈਬਲਿਸ਼ ਹੋਣੀਆਂ ਚਾਹੁੰਦੀਆਂ ਨੇ, ਇੱਥੇ ਆ ਕੇ ਨਵੀਂ ਬ੍ਰਾਂਚ ਖੋਲ੍ਹਣੀ ਚਾਹੀਦੀ ਹੈ, ਉਹ ਵੀ ਕੁਆਲੀਫਾਈ ਕਰਦੇ ਨੇ। 100% ਕੁਆਲੀਫਾਈ ਕਰ ਸਕਦੇ ਨੇ। ਇਸੇ ਤਰ੍ਹਾਂ ਨੱਥ ਸਾਹਿਬ ਜਿਹੜੇ ਲੌਜਿਸਟਿਕ ਕੰਪਨੀਆਂ ਹੈਗੀਆਂ, ਬਹੁਤ ਸਾਰੇ ਅਸੀਂ ਲੌਜਿਸਟਿਕ ਕੰਪਨੀ ਓਨਰਸ ਨੂੰ ਕੈਨੇਡਾ ਲੈ ਕੇ ਆਏ ਹਾਂ ਜੀ, ਜਿਨ੍ਹਾਂ ਦੇ ਇੰਡੀਆ ਦੇ ਵਿੱਚ ਲੌਜਿਸਟਿਕਸ ਦਾ ਟਰੱਕਿੰਗ ਦਾ ਕੰਮ ਹੈਗਾ, ਮਿਡਲ ਈਸਟ ਦੇ ਵਿੱਚ ਟਰੱਕਿੰਗ ਦਾ ਕੰਮ ਹੈਗਾ, ਉਹ ਇੱਥੇ ਆ ਕੇ ਵੀ ਆਪਣਾ ਐਕਸਪੈਂਸ਼ਨ ਕਰਨਾ ਚਾਹੁੰਦੇ ਨੇ, ਸੋ ਉਹ ਵੀ ਕੁਆਲੀਫਾਈ ਕਰ ਸਕਦੇ ਨੇ। ਇਸੇ ਤਰ੍ਹਾਂ ਜਿਹੜੇ ਫਾਰਮ ਓਨਰਸ ਹੈਗੇ ਨੇ, ਜਿਹੜੇ ਇੰਡੀਆ ਦੇ ਵਿੱਚ ਫਾਰਮ ਖੋਲ ਕੇ ਬੈਠੇ ਹੋਏ ਨੇ ਐਂਡ ਕੋਈ ਸਪੈਸ਼ਲਾਈਜ਼ਡ ਫਾਰਮਿੰਗ ਦੇ ਵਿੱਚ ਹੈਗੇ ਨੇ, ਉਹ ਵੀ ਇਸ ਪ੍ਰੋਗਰਾਮ ਦਾ ਫਾਇਦਾ ਚੱਕ ਸਕਦੇ ਨੇ। ਸੋ ਦਿਸ ਇਜ਼ ਇੰਟਰਾ ਕੰਪਨੀ ਟ੍ਰਾਂਸਫਰ ਨੱਥ ਸਾਹਿਬ। ਹੁਣ ਇਹਦੇ ਨਾਲ ਹੁਣ ਹੋਰ ਕਿਹੜੇ ਪ੍ਰੋਗਰਾਮਸ ਹੈਗੇ ਬਿਜ਼ਨਸਮੈਨ ਦੇ? ਅਸੀਂ ਇੱਕ ਹੋਰ ਸਟਾਰਟਅਪ ਵੀਜ਼ਾ ਦੀ ਗੱਲ ਕਰਦੇ ਹਾਂ ਜੀ। ਸਟਾਰਟਅਪ ਵੀਜ਼ਾ ਇੱਕ ਇਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਜੇ ਤੁਹਾਡੇ ਕੋਲ ਇੱਕ ਆਈਡੀਆ ਹੈ, ਤੁਹਾਡੇ ਕੋਲ ਜ਼ਰੂਰੀ ਨਹੀਂ ਹੈ ਇਕੱਲਾ ਬਿਜ਼ਨਸ ਦਾ ਐਕਸਪੀਰੀਅੰਸ ਹੋਵੇ, ਈਵਨ ਤੁਸੀਂ ਜੌਬ ਕਰਦੇ ਆ ਰਹੇ ਹੋ ਤਾਂ ਵੀ ਤੁਸੀਂ ਸਟਾਰਟਅਪ ਵੀਜ਼ਾ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡੇ ਕੋਲ ਕੋਈ ਇਹੋ ਜਿਹਾ ਆਈਡੀਆ ਹੈਗਾ ਜਿਹੜਾ
ਡਿਫਰੈਂਟ ਹੈਗਾ ਆ। ਈਵਨ ਰੈਸਟੋਰੈਂਟ ਦੇ ਵਿੱਚ ਤੁਸੀਂ ਜਾਣਾ ਹੈਗਾ, ਰੈਸਟੋਰੈਂਟ ਇੰਡਸਟਰੀ ਦੇ ਵਿੱਚ ਜਾਣਾ, ਕੋਈ ਸਪੈਸ਼ਲਾਈਜ਼ਡ ਫੂਡ ਤੁਸੀਂ ਸਰਵ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਟਾਰਟਅਪ ਦੇ ਵਿੱਚ ਜਾ ਸਕਦੇ ਹੋ। ਜੇ ਤੁਸੀਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਸੌਫਟਵੇਅਰ ਦੇ ਵਿੱਚ IT ਦੇ ਵਿੱਚ ਕੋਈ ਆਈਡੀਆ ਹੈਗਾ, ਤੁਸੀਂ ਉਹਦੇ ਵਿੱਚ ਵੀ ਕੁਆਲੀਫਾਈ ਕਰ ਸਕਦੇ ਹੋ। ਨੱਥ ਸਾਹਿਬ, ਇਹਦੇ ਵਿੱਚ ਸਟਾਰਟਅਪ ਵੀਜ਼ਾ ਦੇ ਵਿੱਚ ਈਵਨ ਤੁਹਾਡੇ ਕੋਲ ਐਜੂਕੇਸ਼ਨ ਘੱਟ ਵੀ ਹੈਗੀ ਹੈ ਤਾਂ ਵੀ ਤੁਸੀਂ PR ਵਾਸਤੇ ਸਟ੍ਰੇਟ ਕੁਆਲੀਫਾਈ ਕਰ ਸਕਦੇ ਹੋ। ਹੁਣ ਜਿੰਨੇ ਅਸੀਂ ਪ੍ਰੋਗਰਾਮ ਪਹਿਲਾਂ ਡਿਸਕਸ ਕੀਤੇ, ਜਿਸ ਤਰ੍ਹਾਂ ਓਨਰ ਆਪਰੇਟਰ ਡਿਸਕਸ ਕੀਤਾ, ਅਸੀਂ ਇੰਟਰਾ ਕੰਪਨੀ ਟ੍ਰਾਂਸਫਰ ਕਰੇ, ਉਹ ਪਹਿਲੇ ਵਰਕ ਪਰਮਿਟ ਤੇ ਆਓਗੇ ਤੇ ਦੈਨ ਯੂ ਵਿਲ ਕੁਆਲੀਫਾਈ ਫॉर PR। Right. ਬਟ ਸਟਾਰਟਅਪ ਵੀਜ਼ਾ ਇਜ਼ ਵਨ ਵੀਜ਼ਾ ਜਿਹਦੇ ਵਿੱਚ ਤੁਸੀਂ ਸਟ੍ਰੇਟ ਵਿਦ ਫੈਮਿਲੀ ਲੈਂਡਡ ਸਟੇਟਸ ਦੇ ਉੱਤੇ ਲੈਂਡ ਕਰ ਸਕਦੇ ਹੋ ਔਨ ਐਜ਼ ਅ ਪਰਮਾਨੈਂਟ ਰੈਜ਼ੀਡੈਂਟ। ਹੁਣ ਇਹਦੇ ਵਿੱਚ ਨੱਥ ਸਾਹਿਬ, ਇਹਦੇ ਵਿੱਚ ਹੈਗਾ ਕੀ ਹੈ ਕਿ ਦੇਰ ਆਰ ਫਿਊ ਕੰਪਨੀਜ਼ ਦੈਟ ਆਰ ਅਪਰੂਵਡ ਬਾय ਇਮੀਗ੍ਰੇਸ਼ਨ ਕੈਨੇਡਾ, ਜਿਸ ਤਰ੍ਹਾਂ ਐਂਜਲ ਇਨਵੈਸਟਰਸ ਹੈਗੇ ਨੇ। ਤੁਸੀਂ ਆਪਣਾ ਆਈਡੀਆ, ਆਪਣੀ ਬਿਜ਼ਨਸ ਪਲਾਨ, ਆਪਣੀ ਪ੍ਰੈਜੈਂਟੇਸ਼ਨ ਸਾਰੀਆਂ ਤਿਆਰ ਕਰਕੇ ਉਸ ਕੰਪਨੀਜ਼ ਨੂੰ ਹੈਂਡਓਵਰ ਕਰਨੀਆਂ ਹੈਗੀਆਂ। ਦੇ ਵਿਲ ਗੋ ਥਰੂ ਦਾ ਇੰਟਾਇਰ ਡਾਕੂਮੈਂਟੇਸ਼ਨ, ਤੁਹਾਨੂੰ ਇੰਟਰਵਿਊ ਕਰਨਗੇ, ਤੁਹਾਡਾ ਆਈਡੀਆ ਕੀ ਹੈਗਾ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਐਂਡ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਵਾਇਬਲ ਆਈਡੀਆ ਹੈਗਾ ਆ, ਜਿਹੜਾ ਤੁਹਾਡਾ ਪਲਾਨ ਹੈਗਾ ਵਰਕੇਬਲ ਹੈਗਾ, then they will issue a letter of support to you। ਉਹ ਲੈਟਰ ਆਫ ਸਪੋਰਟ ਦੇ ਨਾਲ when you get the letter of support from such companies ਤੇ ਤੁਹਾਡਾ 99% job is done। then you qualify, ਤੁਹਾਡਾ ਸਿਰਫ ਬੈਕ ਹੋਮ ਪੁਲਿਸ ਕਲੀਅਰੈਂਸ, ਮੈਡੀਕਲਸ ਐਂਡ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਹੋਣਾ ਐਂਡ ਐਵਰੀਥਿੰਗ goes through, ਐਂਡ ਉਸ ਤੋਂ ਬਾਅਦ ਤੁਸੀਂ ਔਨ ਅ ਲੈਂਡਡ ਸਟੇਟਸ ਵਿਦ ਫੈਮਿਲੀ ਕੈਨੇਡਾ ਦੇ ਵਿੱਚ ਲੈਂਡ ਕਰ ਸਕਦੇ ਹੋ। ਸੋ ਦਿਸ ਇਜ਼ ਦਾ ਥਰਡ ਪ੍ਰੋਗਰਾਮ ਬਿਜ਼ਨਸਮੈਨ ਵਾਸਤੇ। ਹੁਣ ਨੱਥ ਸਾਹਿਬ, ਇਹਦੇ ਨਾਲ ਇੱਕ ਹੋਰ ਪ੍ਰੋਗਰਾਮ ਜਿਹੜਾ ਹੈਗਾ ਜੀ, ਉਹ ਹੈਗਾ ਜੀ PNP ਪ੍ਰੋਗਰਾਮਸ, ਐਂਟਰਪ੍ਰੀਨਿਓਰ ਪ੍ਰੋਗਰਾਮਸ। ਹਰ ਪ੍ਰੋਵਿੰਸ ਨੇ ਆਪਣੇ ਐਂਟਰਪ੍ਰੀਨਿਓਰ ਪ੍ਰੋਗਰਾਮਸ ਇਸ ਟਾਈਮ ਲਿਖੇ ਹੋਏ ਨੇ ਜੀ। ਓਨਟਾਰੀਓ ਦੀ ਗੱਲ ਕਰ ਲਈਏ, ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ, ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਨਿਊ ਬ੍ਰਾਂਜ਼ਵਿਕ ਦੀ ਗੱਲ ਕਰ ਲਈਏ, ਮੈਨੀਟੋਬਾ, ਸੈਸਕੈਚੁਅਨ, ਹਰ ਪ੍ਰੋਵਿੰਸ ਨੇ ਤਕਰੀਬਨ ਇਸ ਟਾਈਮ ਤੇ PNP ਐਂਟਰਪ੍ਰੀਨਿਓਰ ਪ੍ਰੋਗਰਾਮ ਦੇ ਵਿੱਚ ਕੰਮ ਕਰ ਰਿਹਾ ਹੈਗਾ। ਬਟ ਇਹਦੇ ਵਿੱਚ, ਇਹਨਾਂ ਪ੍ਰੋਗਰਾਮਸ ਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਡਿਪੋਜ਼ਿਟ ਵੀ ਦੇਣਾ ਪੈਂਦਾ ਹੈਗਾ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੂੰ ਕਿ ਤੁਸੀਂ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰੋਗੇ। ਪਹਿਲੇ ਵਰਕ ਪਰਮਿਟ ਮਿਲਦਾ ਐਂਡ ਇਵੈਂਚੁਅਲੀ ਤੁਸੀਂ PR ਵਾਸਤੇ ਕੁਆਲੀਫਾਈ ਕਰਦੇ ਹੋ ਜਦੋਂ ਤੁਸੀਂ ਆ ਕੇ ਬਿਜ਼ਨਸ ਐਸਟੈਬਲਿਸ਼ ਕਰ ਲੈਂਦੇ ਹੋ। ਈਵਨ ਜਿਹੜਾ ਡਿਪੋਜ਼ਿਟ ਦਿੱਤਾ ਹੁੰਦਾ ਆ ਤੁਸੀਂ, ਉਹ ਵੀ ਤੁਹਾਨੂੰ ਵਾਪਸ ਗਵਰਨਮੈਂਟ ਕੋਲੋਂ ਮਿਲ ਜਾਂਦਾ ਹੈਗਾ। ਸੋ ਆਹ ਸਾਰੇ ਪ੍ਰੋਗਰਾਮਸ ਬਿਜ਼ਨਸਮੈਨ ਵਾਸਤੇ ਅੱਜ ਦੀ ਤਰੀਕ ਦੇ ਵਿੱਚ ਐਗਜ਼ਿਸਟ ਕਰਦੇ ਨੇ। ਅਸੀਂ ਇੱਕੋ ਚੀਜ਼ ਕਹਿੰਦੇ ਆ ਕਿ ਜਿੰਨੇ ਵੀ ਬਿਜ਼ਨਸਮੈਨ ਦੋਸਤ ਹੈਗੇ ਨੇ ਕੈਨੇਡਾ ਦੇ ਵਿੱਚ ਜਾਂ ਇਮੀਗ੍ਰੇਸ਼ਨ ਵਿੱਚ ਇੰਟਰਸਟਿਡ ਹੈਗੇ ਹੋ, ਤੇ ਸੈਂਡ ਅਸ ਯੋਰ ਡਿਟੇਲਸ, ਆਪਣੀ ਡਿਟੇਲਸ। ਤੁਹਾਡੀ ਡਿਟੇਲਸ ਕੀ ਚਾਹੀਦੀਆਂ ਸਾਨੂੰ? 3 ਸਾਲ ਦੇ ਤੁਹਾਡੇ ਫਾਈਨੈਂਸ਼ੀਅਲ ਚਾਹੀਦੇ ਨੇ, ਤੁਹਾਡੇ ਬਿਜ਼ਨਸ ਦਾ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਚਾਹੀਦੀ ਹੈ ਪਿਛਲੇ 3 ਸਾਲ ਦੀ ਕਿ ਉਹ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਤੁਹਾਡੀ ਪਰਸਨਲ ਨੈਟ ਐਸੈਟ ਡਿਟੇਲ ਚਾਹੀਦੀ ਹੈਗੀ ਕਿ ਤੁਹਾਡੇ ਕੋਲ ਐਗਜ਼ੈਕਟ ਨਹੀਂ ਚਾਹੀਦੀ ਬਟ ਰਫ ਆਈਡੀਆ ਚਾਹੀਦਾ ਕਿ ਇੰਨੇ ਤੁਹਾਡੇ ਕੋਲ ਕੈਸ਼ ਐਸੈਟਸ ਹੈਗੇ ਨੇ, ਇੰਨੇ ਫਿਕਸਡ ਐਸੈਟਸ ਹੈਗੇ ਨੇ, ਤਾਂ ਕਿ ਅਸੀਂ ਉਹ ਇਵੈਲੂਏਟ ਕਰ ਸਕੀਏ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦਾ। ਹੁਣ ਇਹਦੇ ਨਾਲ ਨੱਥ ਸਾਹਿਬ, ਆ ਜਦੋਂ ਸਾਰੀਆਂ ਚੀਜ਼ਾਂ ਆ ਜਾਂਦੀਆਂ, ਅਸੀਂ ਕਹਿੰਦੇ ਕਿ CV ਵੀ ਭੇਜ ਦਿਓ, ਆਪਣੇ ਵੈਬਸਾਈਟ ਬਿਜ਼ਨਸ, ਜੇ ਤੁਹਾਡੀ ਵੈਬਸਾਈਟ ਹੈਗੀ ਉਹ ਵੀ ਸਾਨੂੰ ਡਿਟੇਲਸ ਸ਼ੇਅਰ ਕਰੋ ਤਾਂ ਕਿ ਅਸੀਂ ਸਾਰੇ ਪ੍ਰੋਗਰਾਮਸ ਨੂੰ, ਸਾਰੇ ਪ੍ਰੋਵਿੰਸ਼ੀਅਲ ਪ੍ਰੋਗਰਾਮ, ਇੰਟਰਾ ਕੰਪਨੀ, ਸਟਾਰਟਅਪ ਨੂੰ ਇਵੈਲੂਏਟ ਕਰਕੇ, ਓਨਰ ਆਪਰੇਟਰ ਨੂੰ ਇਵੈਲੂਏਟ ਕਰਕੇ ਦੱਸੀਏ ਕਿ ਤੁਸੀਂ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਰਹੇਗਾ। ਇੱਕ ਕਾਲ ਲੈ ਲਈ ਜੀ ਆਪਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਅਸੀਂ ਨਾ ਰਿਫਿਊਜੀ ਕੇਸ ਬਾਰੇ ਪੁੱਛਣਾ ਸੀ। ਉੱਦਾਂ ਤੇ ਇਹਨਾਂ ਨੇ ਸਾਨੂੰ ਕਿਸੇ ਨੇ ਕੁਐਸਚਨ ਕੀਤਾ ਸੀ, ਇਹਨਾਂ ਨੇ ਕਿਹਾ ਵੀ ਜਿਹੜੇ ਹੈਲਥ ਕੇਅਰ ਦੇ ਵਿੱਚ ਆ ਵੀ ਉਹ PR ਲਈ ਲਾ ਸਕਦੇ ਆ। ਉਦੋਂ ਬਿਨਾਂ ਜਿਹੜੇ ਇਸ ਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਰਿਫਿਊਜੀ ਕੇਸ ਲਈ ਕੋਈ ਅਪਡੇਟ ਹੈਗੀ ਹੋਰ? ਉਹੀ ਉਹਨਾਂ ਨੇ ਦੱਸੀ ਸੀ ਜੀ, ਮੇਰੇ ਕੋਲ ਬਾਕੀ ਹੋਰ ਕੁਝ ਨਹੀਂ ਹੈ। ਬਟ ਮਨੂ ਜੀ ਤੁਹਾਨੂੰ ਫਿਰ ਜਵਾਬ ਦੇ ਦਿੰਦੇ ਨੇ ਜੀ। ਥੈਂਕ ਯੂ ਜੀ। ਦੱਤਾ ਜੀ, ਇਹਨਾਂ ਨੇ ਫਿਰ ਉਹ ਸਵਾਲ ਉਹੀ ਹੈ ਵੀ ਕਿ ਹੈਲਥ ਕੇਅਰ ਵਰਕਰ ਬਾਰੇ ਤਾਂ ਸੀਗੀ, ਰੈਫਿਊਜੀਜ਼ ਦੀ ਗੱਲ ਹੈਗੀ ਆ। ਕੀ ਉਸ ਤੋਂ ਬਿਨਾਂ ਕੋਈ ਹੋਰ ਕੈਟਾਗਰੀ ਵੀ ਹੈਗੀ ਜਿਹਦੇ ਵਿੱਚ ਰੈਫਿਊਜੀਜ਼ ਕਿਸੇ ਹੋਰ ਢੰਗ ਨਾਲ ਅਪਲਾਈ ਕਰ ਸਕਦੇ? ਐਜ਼ ਆਫ ਟੁਡੇ ਨਹੀਂ ਹੈਗੀ ਜੀ। ਓਕੇ ਜੀ, ਥੈਂਕ ਯੂ ਜੀ। ਲੋ, ਇੱਕ ਮੇਰੇ ਕੋਲ ਸਵਾਲ ਹੋਰ ਹੈ ਦੱਤਾ ਸਾਹਿਬ ਕਿ ਕਿਸੇ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ, ਨਵੀਂ ਮਿਲੀ ਹੈ, ਉਹਨੂੰ ਕੈਨੇਡੀਅਨ ਪਾਸਪੋਰਟ ਕਿੰਨੀ ਦੇਰ 'ਚ ਇਸ਼ੂ ਹੁੰਦਾ? ਔਰ ਜੇ ਉਹਨਾਂ ਦੇ ਨਾਲ ਬੱਚਾ ਵੀ ਹੈਗਾ, ਮੰਨ ਲਓ 2 ਸਾਲ ਦਾ ਬੱਚਾ ਜਾਂ 3 ਸਾਲ ਦਾ ਬੱਚਾ, ਕੀ ਉਹਦਾ ਵੱਖਰਾ ਪਾਸਪੋਰਟ ਹੋਏਗਾ ਜਾਂ ਮਦਰ ਦੇ ਪਾਸਪੋਰਟ ਦੇ ਉੱਤੇ ਹੀ ਉਸ ਦਾ ਨਾਂ ਚੜ੍ਹਾਇਆ ਜਾਂਦਾ? ਅਤੇ ਜੇ ਉਹਨਾਂ ਨੇ ਬਾਅਦ 'ਚ ਅਪਲਾਈ ਕਰਨਾ ਵੀਜ਼ੇ ਵਾਸਤੇ ਟੂ ਇੰਡੀਆ, ਉਹ ਕਿੰਨੀ ਦੇਰ ਵਿੱਚ ਕਰ ਸਕਦੇ?
ਨਾ ਸਾਹਿਬ ਪਹਿਲੀ ਗੱਲ ਤਾਂ ਪਾਸਪੋਰਟ ਐਕਸਪੀਡਾਈਟਿਡ ਸਰਵਿਸਿਜ਼ ਵੀ ਅਵੇਲੇਬਲ ਹੈਗੀਆਂ ਜਦੋਂ ਉਹਨਾਂ ਕੋਲ ਡਾਕੂਮੈਂਟੇਸ਼ਨ ਸਾਰੀਆਂ ਆ ਗਈਆਂ ਕਿ ਉਹਨਾਂ ਕੋਲ ਸਿਟੀਜ਼ਨਸ਼ਿਪ ਦੇ ਡਾਕੂਮੈਂਟਸ ਵਗੈਰਾ ਸਾਰਾ ਕੁਝ ਆ ਗਿਆ ਸਰਟੀਫਿਕੇਟ ਤੇ ਉਹ ਜਾ ਕੇ ਪਾਸਪੋਰਟ ਆਫਿਸ ਦੇ ਵਿੱਚ ਰਾਈਟ ਅਵੇ ਅਪਲਾਈ ਕਰ ਸਕਦੇ ਆ ਐਂਡ ਪਾਸਪੋਰਟ ਸਰਵਿਸਿਜ਼ ਇੰਨੀਆਂ ਕੁਇਕ ਹੈਗੀਆਂ ਰੈਗੂਲਰ ਸਰਵਿਸਿਜ਼ ਮੇਰੇ ਖਿਆਲ 2 to 3 ਵੀਕਸ ਦੇ ਵਿੱਚ ਤੁਹਾਡੇ ਘਰ ਪਾਸਪੋਰਟ ਆ ਜਾਂਦਾ ਵਾਂਸ ਯੂ ਅਪਲਾਈ ਜਾਂ ਜੇ ਐਕਸਪੀਡਾਈਟਿਡ ਸਰਵਿਸ ਚਾਹੀਦੀਆਂ ਤੇ ਈਵਨ ਸੈਕੰਡ ਡੇ ਸਰਵਿਸਿਜ਼ ਅਵੇਲੇਬਲ ਤੁਸੀਂ ਅੱਜ ਅਪਲਾਈ ਕਰਦੇ ਹੋ ਤੁਸੀਂ ਸੈਕੰਡ ਡੇ ਆਪਣਾ ਪਾਸਪੋਰਟ ਪਿਕ ਕਰ ਸਕਦੇ ਹੋ ਬਟ ਉਹਦੇ ਵਾਸਤੇ ਤੁਹਾਨੂੰ ਫੀਸ ਆਪਣੀ ਐਕਸਟਰਾ ਦੇਣੀ ਪੈਂਦੀ ਹੈਗੀ ਹੈ ਐਂਡ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਇੰਡੀਆ ਦਾ ਵੀਜ਼ਾ ਕਿੰਨੀ ਜਲਦੀ ਲੈ ਸਕਦੇ ਨੇ ਹਾਂਜੀ ਪਹਿਲੇ ਉਹਨਾਂ ਨੂੰ ਆਪਣਾ ਇੰਡੀਅਨ ਪਾਸਪੋਰਟ ਸਰੈਂਡਰ ਕਰਨਾ ਪੈਂਦਾ ਜੀ ਉਸ ਤੋਂ ਬਾਅਦ ਉਹ ਆਪਣੇ ਵੀਜ਼ਾ ਵਾਸਤੇ ਐਂਡ OCI's ਕਾਰਡਸ ਵਗੈਰਾ ਵਾਸਤੇ ਐਪਲੀਕੇਸ਼ਨ ਆਪਣੀ ਲਗਾ ਸਕਦੇ ਤੇ ਨਾਲ ਜੇ ਬੱਚਾ ਹੈਗਾ ਕੀ ਬੱਚੇ ਦਾ ਵੱਖਰਾ ਪਾਸਪੋਰਟ ਹੋਏਗਾ ਜਾਂ ਬੱਚੇ ਦਾ ਮਦਰ ਦੇ ਪਾਸਪੋਰਟ ਦੇ ਉੱਤੇ ਹੋਈ ਨਾਂ ਚੜ ਜਾਂਦਾ ਅਲੱਗ ਪਾਸਪੋਰਟ ਹੋਏਗਾ ਬੱਚੇ ਦਾ ਬੱਚੇ ਦਾ ਅੱਛਾ ਚਾਹੇ ਕੋਈ ਕਿੰਨੀ ਵੀ ਏਜ ਹੈਗੀ ਹੈ ਜੀ ਜੀ ਅੱਛਾ ਜੀ ਲਓ ਜੀ ਇੱਕ ਸਵਾਲ ਆ ਰਿਹਾ ਕਾਲ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਜੀ ਤੁਹਾਡਾ ਮੇਰਾ ਸਵਾਲ ਇਹ ਹੈ ਜੀ ਕਿ ਇਹ ਜਿੰਨੇ ਵੀ ਪ੍ਰੋਗਰਾਮ ਦੱਸ ਰਹੇ ਨੇ ਮਨੂ ਜੀ ਹਾਂਜੀ ਇਹਨਾਂ ਦੇ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਹੈਗੀ ਆ ਤੇ ਜਿਸ ਤਰ੍ਹਾਂ ਕੋਈ ਏਜ ਲਿਮਿਟ ਹੋਣੀ ਵੀ ਇੰਨੇ ਏਜ ਵਾਲਾ ਹੀ ਇੱਥੇ ਅਪਲਾਈ ਕਰ ਸਕਦਾ ਤੇ ਤੁਸੀਂ ਜਿਹੜੇ- ਸੈਕਿੰਡ ਸਵਾਲ ਮੇਰਾ ਇੱਕ ਹੋਰ ਸੀ ਹਾਂਜੀ ਹਾਂਜੀ ਦੱਸੋ ਦੂਜਾ ਸਵਾਲ ਮੇਰਾ ਇਹ ਹੈ ਭਾਜੀ ਕਿ ਵੀ ਇਹ ਉੱਥੇ ਇੰਡੀਆ ਦੇ ਵਿੱਚ ਸਾਡੀ ਕਿੰਨੀ ਕੁ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਕੋਈ ਲਿਮਿਟ ਹੈਗੀ ਕੋਈ ਘੱਟ ਤੋਂ ਘੱਟ ਇੰਨੀ ਹੋਣੀ ਚਾਹੀਦੀ ਤਾਂ ਹੀ ਇੱਥੇ ਕਰ ਸਕਦਾ ਇਹ ਤਾਂ ਜਣਾ ਖਣੇ ਕਰ ਲੇਗਾ ਜਾਂ ਕੀ ਹਿਸਾਬ ਦਾ ਜ਼ਰੂਰ ਜੀ ਲਓ ਜੀ ਤੁਹਾਨੂੰ ਜਵਾਬ ਦਿੰਦੇ ਜੀ ਤੁਸੀਂ ਸਕਰੀਨ ਤੇ ਜਵਾਬ ਸੁਣੋ ਜੀ ਦੋ ਸਵਾਲ ਨੇ ਦਿੱਤਾ ਜੀ ਇੱਕ ਤਾਂ ਹੈਗਾ ਵੀ ਜਿਹੜੇ ਵੀ ਇਹ ਪ੍ਰੋਗਰਾਮਸ ਹੈਗੇ ਨੇ ਉਹ 'ਚ ਕੀ ਕੋਈ ਏਜ ਲਿਮਿਟ ਹੈਗੀ ਆ ਜਾਂ ਮਿਨੀਮਮ ਏਜ ਲਿਮਿਟ ਪਲੱਸ ਮੈਕਸਿਮਮ ਏਜ ਲਿਮਿਟ ਐਸ ਵੈਲ ਸੈਕੰਡਲੀ ਜਿਹੜੇ ਕਿਸੇ ਨੇ ਬਿਜ਼ਨਸ ਦੇ ਵਿੱਚ ਇੱਥੇ ਆਉਣਾ ਚਾਹੁੰਦੇ ਆ ਤਾਂ ਇੰਡੀਆ ਦੇ ਵਿੱਚ ਕੋਈ ਲਿਮਿਟ ਹੈਗੀ ਆ ਵੀ ਮਿਨੀਮਮ ਇੰਨੀ ਇਨਵੈਸਟਮੈਂਟ ਉਹਨਾਂ ਦੀ ਹੋਣੀ ਚਾਹੀਦੀ ਹੈ ਜੀ ਨਾਥ ਸਾਹਿਬ ਪਹਿਲੀ ਗੱਲ ਤਾਂ ਏਜ ਲਿਮਿਟ ਦੀ ਗੱਲ ਕਰੀਏ ਜੇ ਅਸੀਂ ਪੁਆਇੰਟ ਸਿਸਟਮ ਦੇ ਉੱਤੇ ਵੀ ਗੱਲ ਕਰਦੇ ਹਾਂ ਕਿ 44 ਤੋਂ ਬਾਅਦ 45 ਤੋਂ ਬਾਅਦ ਤੁਹਾਡੇ ਏਜ ਦੇ ਪੁਆਇੰਟ 0 ਹੋ ਜਾਂਦੇ ਨੇ ਅੱਛਾ ਸੋ देयर इज नो ਏਜ ਲਿਮਿਟ ਟੂ ਦਿਸ ਜੀ ਜੇ ਯੰਗਰ ਹੋਏਗਾ ਤੇ ਇਟ ਵਿਲ ਬੀ ਗੁੱਡ ਜੇ 50 ਸਾਲ ਦੇ 60 ਸਾਲ ਦੇ ਬਿਯੋਂਡ 60 ਵੀ ਹੈਗੇ ਨੇ ਤਾਂ ਵੀ ਉਹ ਇਸ ਪ੍ਰੋਗਰਾਮਸ ਦੇ ਵਿੱਚ ਕੁਆਲੀਫਾਈ ਕਰ ਸਕਦੇ ਆ ਪਹਿਲੀ ਗੱਲ ਦੂਜੀ ਗੱਲ ਆ ਗਈ ਕਿ ਇਨਵੈਸਟਮੈਂਟ ਕਿੰਨੀ ਹੈਗੀ ਹੈ ਇਨਵੈਸਟਮੈਂਟ ਬੈਕ ਹੋਮ ਦੇ ਉੱਤੇ ਤੁਹਾਨੂੰ ਸਭ ਤੋਂ ਬੈਸਟ ਚੀਜ਼ ਹੈਗਾ ਜੀ ਹਾਂਜੀ ਕਿ ਤੁਸੀਂ ਆਪਣੇ ਫਾਈਨੈਂਸ਼ੀਅਲਸ ਵਗੈਰਾ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਵਿਲ ਇਵੈਲੂਏਟ ਕਿ ਤੁਹਾਡਾ ਪ੍ਰੋਗਰਾਮ ਕਿਹੜਾ ਤੁਹਾਡੇ ਵਾਸਤੇ ਬੈਸਟ ਵਰਕ ਓਕੇ ਠੀਕ ਹੈ ਜੀ ਥੈਂਕ ਯੂ ਜੀ ਇੱਕ ਸਵਾਲ ਲੈਣਾ ਜੀ ਇੱਕ ਕਾਲ ਆਈ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਮੈਂ ਪੁੱਛਣਾ ਸੀਗਾ ਸਰ ਨੂੰ ਹਾਂਜੀ। ਕਿ ਵੀ ਇੰਡੀਆ ਤੋਂ ਜਿੱਦਾਂ ਕਿਸੇ ਨੇ ਆਉਣਾ ਹੋਵੇ ਬਿਜ਼ਨਸ ਦੇ ਲਈ ਜਿੱਦਾਂ ਪਾਰਲਰ ਦਾ ਉਹਨਾਂ ਦਾ ਹੈਗਾ ਉੱਥੇ ਹਾਂਜੀ ਤੇ ਵੀ ਮੈਨੀਟੋਬਾ ਦੇ ਵਿੱਚ ਕੋਈ ਹੈਗੀ ਓਪਰਚੁਨਿਟੀ ਉਹਨਾਂ ਲਈ ਅਸੀਂ ਮੈਨੀਟੋਬਾ 'ਚ ਰਹਿੰਦੇ ਹਾਂ ਮੈਨੀਟੋਬਾ ਜੀ ਓਕੇ ਜੀ ਲਓ ਜੀ ਹਾਂਜੀ ਅਸੀਂ ਮੈਨੀਟੋਬਾ ਹਾਂ 'ਚ ਰਹਿੰਦੇ ਸਕਰੀਨ ਤੇ ਤੇ ਉਹਨਾਂ ਦੇ ਵੀ ਕਰ ਦੇਣਗੇ ਫਾਈਲ ਦਾ ਜੇ ਅਸੀਂ ਕਰਵਾਉਣਾ ਲਓ ਜੀ ਤੁਹਾਨੂੰ ਸਕਰੀਨ ਤੇ ਜਵਾਬ ਦਿੰਦੇ ਜੀ ਥੈਂਕ ਯੂ ਇਹਨਾਂ ਨੇ ਸਵਾਲ ਇਹ ਸੀਗਾ ਦਿੱਤਾ ਜੀ ਕਿ ਇੰਡੀਆ ਤੋਂ ਜੇ ਕੋਈ ਫਾਰਮਿੰਗ ਵਗੈਰਾ ਕਰਦੇ ਆ ਤਾਂ ਉਹ ਇਸ ਬਿਜ਼ਨਸ ਵਾਲੇ ਕੈਟਾਗਰੀ ਦੇ ਵਿੱਚ ਆਉਣਾ ਚਾਹੁੰਦੇ ਮੈਨੀਟੋਬਾ ਦੇ ਵਿੱਚ ਕੋਈ ਉਹਨਾਂ ਦੇ ਵਾਸਤੇ ਪ੍ਰੋਗਰਾਮ ਹੈ ਜੀ ਨਾਥ ਸਾਹਿਬ ਅਸੀਂ ਜਿੰਨੇ ਵੀ ਪ੍ਰੋਗਰਾਮ ਡਿਸਕਸ ਕਰੇ ਪੈਂਜੀ ਵਗੈਰਾ ਜਿਹੜੇ ਪੁਰਾਣੇ ਪ੍ਰੋਗਰਾਮਸ ਹੁੰਦੇ ਸੀਗੇ ਨਾ ਜਿਸ ਤਰ੍ਹਾਂ ਮੈਨੀਟੋਬਾ ਵਾਸਤੇ ਸਪੈਸ਼ਲ ਫਾਰਮਰ ਕੈਟਾਗਰੀ ਐਗਜ਼ਿਸਟ ਕਰਦੀ ਸੀਗੀ ਫਾਰਮ ਵਰਕਰ ਵੀਜ਼ਾ ਐਗਜ਼ਿਸਟ ਕਰਦਾ ਸੀਗਾ ਇਸੇ ਤਰ੍ਹਾਂ ਸੈਸਕੈਚੁਅਨ ਤੇ ਵਾਸਤੇ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਐਗਜ਼ਿਸਟ ਕਰਦੇ ਸੀ ਹੁਣ ਜਿਹੜਾ ਹੈਗਾ ਆ ਜਿਹੜੇ ਮੈਂ ਪ੍ਰੋਗਰਾਮ ਅੱਜ ਡਿਸਕਸ ਕੀਤੇ ਥੀਸ ਆਰ ਬਲੈਂਕਟ ਪ੍ਰੋਗਰਾਮਸ ਕਿਤੇ ਵੀ ਕੈਨੇਡਾ ਵਾਸਤੇ ਕੰਮ ਕਰ ਸਕਦੇ ਨੇ ਬਿਕੋਜ਼ ਥੀਸ ਆਰ ਹਾਂਜੀ ਤੇ ਤੁਸੀਂ ਜੇ ਮੈਨੀਟੋਬਾ ਦੇ ਵਿੱਚ ਐਸਟੈਬਲਿਸ਼ ਕਰਨਾ ਬਿਕੋਜ਼ ਜਿਹੜੇ ਪ੍ਰੋਵਿੰਸ਼ੀਅਲ ਦੇ ਕੋਲ ਨਾ ਜਿਹੜੇ ਕੋਟਾ ਸੀਗਾ ਉਹ ਬੜਾ ਲਿਮਿਟਿਡ ਕੋਟਾ ਸੀਗਾ ਬੜੀ ਘੱਟ ਐਪਲੀਕੇਸ਼ਨਸ ਐਕਚੁਅਲੀ ਪ੍ਰੋਸੈਸ ਹੁੰਦੀਆਂ ਸੀਗੀਆਂ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਪ੍ਰੋਵਿੰਸਸ ਦੇ ਵਿੱਚ ਸੋ ਐਸੇ ਕਰਕੇ ਆ ਜਿਹੜੇ ਕੇਸਿਸ ਹੈਗੇ ਨੇ ਥੀਸ ਆਰ ਆਲ ਫੈਡਰਲ ਪ੍ਰੋਗਰਾਮਸ ਐਂਡ ਤੁਸੀਂ ਕਿਤੇ ਵੀ ਆ ਕੇ ਐਸਟੈਬਲਿਸ਼ ਹੋ ਸਕਦੇ ਲਓ ਜੀ ਕਾਲ ਇੱਕ ਖੋਲਾ ਲਾਂ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਸਵਾਲ ਹੈ ਜੀ ਤੁਹਾਡਾ ਦਿੱਤਾ ਜੀ ਵਾਸਤੇ ਹੈਲੋ ਹਾਂਜੀ ਸਵਾਗਤ ਹੈ ਜੀ ਦੱਸੋ ਕੀ ਸਵਾਲ ਹੈ ਤੁਹਾਡਾ ਹਾਂਜੀ ਸਰ ਮੇਰਾ ਸਵਾਲ ਇਹ ਸੀਗਾ ਜੀ ਕਿ ਮੈਂ ਕੈਲਗਰੀ ਤੋਂ ਬੋਲ ਰਿਹਾ ਹਾਂਜੀ ਅਸੀਂ ਪਤਾ ਕਰਨਾ ਸੀ ਵੀ ਆ ਪੇਰੈਂਟਸ ਦਾ ਜਿਹੜਾ ਹੈਗਾ ਐਪਲੀਕੇਸ਼ਨ ਆ ਇਹ ਕਦੋਂ ਹੁਣ 2021 ਦੀਆਂ ਲੈਣੀਆਂ ਨੇ ਨੰਬਰ 1 ਨੰਬਰ 2 ਮੇਰੇ 2 ਬੇਟੇ ਨੇ ਜੀ ਜੋ ਦੋਨੋਂ ਅਪਲਾਈ ਕਰ ਸਕਦੇ ਨੇ ਸਾਡਾ ਵੱਖਰੇ ਵੱਖਰੇ ਤੌਰ ਤੇ ਇੱਕ ਸਿਟੀਜ਼ਨ ਹੈ ਇੱਕ PR ਤੇ ਹੈ ਓਕੇ ਇੱਕ ਸਿਟੀਜ਼ਨ ਆ ਇੱਕ PR ਆ ਤੇ ਪੇਰੈਂਟਸ ਨੂੰ ਉਹਨਾਂ ਨੇ ਪੇਰੈਂਟਸ ਆਲਰੇਡੀ ਇੱਥੇ ਕੈਨੇਡਾ 'ਚ ਆਏ ਹੋਏ ਨੇ ਐਜ਼ ਅ ਵਿਜ਼ਟਰ ਹਾਂਜੀ ਐਜ਼ ਅ ਵਿਜ਼ਟਰ ਆਏ ਹੋਏ ਓਕੇ ਥੈਂਕ ਯੂ ਜੀ ਦਿੱਤਾ ਤੁਹਾਨੂੰ ਸਵਾਲ ਸੁਣ ਗਿਆ ਸੀ ਜਾਂ ਮੈਂ ਰਿਪੀਟ ਕਰਾਂ ਜੀ ਨਹੀਂ ਸਮਝ ਗਿਆ ਓਕੇ ਸਵਾਲ ਇਹ ਹੈ ਜੀ ਇਹ ਕੈਲਗਰੀ ਤੋਂ ਸੀਗੇ ਇਹਨਾਂ ਦੇ ਜਾਣੀ ਦੇ ਪੇਰੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਆਏ ਹੋਏ ਨੇ ਔਨ ਵਿਜ਼ਟਰ ਵੀਜ਼ਾ ਔਰ ਇਹਨਾਂ ਦੇ 2 ਬੇਟੇ ਨੇ ਇੱਕ PR ਆ ਇੱਕ ਸਿਟੀਜ਼ਨ ਆ
ਕੀ ਦੋਨੇ ਬੇਟੇ ਇੱਕ ਪੇਰੈਂਟ ਨੂੰ ਅਪਲਾਈ ਕਰ ਸਕਦੇ ਆ ਜਾਂ ਦੋਨਾਂ ਨੂੰ ਕਰ ਸਕਦੇ ਆ, ਕਿਸ ਤਰ੍ਹਾਂ ਹੋ ਸਕਦਾ ਜੀ? ਦੋਨੋਂ ਆਪਣੇ ਮਦਰ ਫਾਦਰ ਨੂੰ ਅਪਲਾਈ ਕਰ ਸਕਦੇ ਨੇ ਪ੍ਰੋਵਾਈਡਡ ਇਨਕਮ ਰਿਕੁਆਇਰਮੈਂਟਸ ਮੀਟ ਕਰਦੇ ਹੋਣ ਜੀ। ਤੇ ਐਪਲੀਕੇਸ਼ਨ ਅੱਜ ਦੀ ਤਰੀਕ ਦੇ ਵਿੱਚ ਤਾਂ ਡਰਾਅ ਹੀ ਲੱਗ ਰਿਹਾ ਹੈਗਾ ਇਸ ਸਾਲ ਦਾ ਵੀ, ਤੇ ਡਰਾਅ ਦੇ ਵਿੱਚ ਜਿਹਦੀ ਵੀ ਐਪਲੀਕੇਸ਼ਨ ਪਿਕ ਹੋਗੀ ਦੇ ਵੁੱਡ ਬੀ ਲੱਕੀ। ਦੂਸਰੀ ਗੱਲ ਜੀ ਕਿ ਇਹੀ ਕੁਐਸਚਨ ਸੀਗਾ ਰਾਈਟ? ਹਾਂਜੀ, ਇਹੀ ਕੁਐਸਚਨ ਇਹੀ ਸੀਗਾ ਜੀ, ਬਿਲਕੁਲ। ਇਹਦੇ 'ਚ ਇੱਕ ਹੋਰ ਆ ਉਹਨਾਂ ਨਾਲ ਇਹ ਇੱਕ ਗੱਲ ਆ ਵੀ ਇੱਕ PR ਆ ਬੇਟਾ, ਇੱਕ ਸਿਟੀਜ਼ਨ ਆ, ਕੀ ਇਹ ਡਜ਼ ਇਟ ਮੇਕ ਐਨੀ ਡਿਫਰੈਂਸ? ਇਟ ਡਜ਼ਨਟ ਮੇਕ ਐਨੀ ਡਿਫਰੈਂਸ ਜੀ, ਦੋਨੋਂ ਅਪਲਾਈ ਕਰ ਸਕਦੇ ਨੇ, ਦੋਨੋਂ ਐਲੀਜੀਬਲ ਹੈਗੇ ਨੇ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨ ਵਾਸਤੇ। ਓਨਲੀ ਥਿੰਗ ਇਸ ਕਿ ਪਿਛਲੇ 3 ਸਾਲ ਦੀਆਂ ਇਨਕਮ ਰਿਕੁਆਇਰਮੈਂਟਸ ਮੀਟ ਜ਼ਰੂਰ ਕਰਦੇ ਹੋ। ਓਕੇ ਜੀ, ਥੈਂਕ ਯੂ। ਲਓ, ਮੇਰੇ ਖਿਆਲ ਆ ਐਂਡ ਇਸ ਸਾਲ ਦਾ ਜਿਹੜਾ ਹਲੇ ਕਦੋਂ ਕਦੋਂ ਐਪਲੀਕੇਸ਼ਨ ਲਿੱਤੀਆਂ ਜਾਣੀਆਂ ਜੀ, ਉਹ ਹਲੇ ਕੋਈ ਅਪਡੇਟਸ ਨਹੀਂ ਹੈਗੀਆਂ। ਐਂਡ ਜਿਸ ਤਰ੍ਹਾਂ ਲਾਸਟ ਈਅਰ ਵੀ ਲਾਸਟ ਕੁਆਟਰ ਦੇ ਵਿੱਚ ਐਪਲੀਕੇਸ਼ਨਸ ਅਕਤੂਬਰ ਨਵੰਬਰ ਦੇ ਵਿੱਚ ਲਿੱਤੀਆਂ ਗਈਆਂ ਸੀਗੀਆਂ, ਵੀ ਮਾਈਟ ਸੀ ਕਿ ਐਪਲੀਕੇਸ਼ਨਸ ਥੋੜ੍ਹੀਆਂ ਜਿਹੀਆਂ ਲੇਟ 'ਚ ਲਿੱਤੀਆਂ ਜਾਣਗੀਆਂ। ਜਣ ਦੀ ਲੋਟਰੀ ਹੈ ਜੀ, ਜੇ ਨਿਕਲ ਗਈ ਤਾਂ ਠੀਕ ਹੈ। ਬਿਲਕੁਲ ਜੀ। ਪਿਛਲੇ ਸਾਲ ਡਾਕਟਰ ਸਾਹਿਬ 10,000 ਐਪਲੀਕੇਸ਼ਨ ਦੀ ਲੋਟਰੀ ਸੀਗੀ ਜੀ, 10,000 ਐਪਲੀਕੇਸ਼ਨ ਪਿਕ ਹੋਣੀਆਂ ਸੀਗੀਆਂ। ਇਸ ਸਾਲ 30,000 ਦਾ ਕੋਟਾ ਹੈਗਾ ਜੀ। ਵਾਓ, ਤਾਂ ਵੀ ਫਿਰ ਵੀ ਪੂਰਾ ਨਹੀਂ ਜੀ ਹੁੰਦਾ। ਅਖੀਰ ਦੇ ਵਿੱਚ ਕੋਈ ਤੁਸੀਂ ਕੁਝ ਹੋਰ ਚੀਜ਼ ਐਡ ਕਰਨੀ ਚਾਹੋ ਜੀ? ਡਾਕਟਰ ਸਾਹਿਬ ਸਿਰਫ ਜਾਣ ਤੋਂ ਪਹਿਲਾਂ ਇੱਕੋ ਚੀਜ਼ ਕਹਿਣਾ ਚਾਹਾਂਗਾ, ਜਿੰਨੇ ਵੀ ਸਾਡੇ ਬਿਜ਼ਨਸਮੈਨ ਦੋਸਤ ਜਾਂ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਵਾਸਤੇ ਆਪਣੀ ਪ੍ਰੋਫਾਈਲ ਕ੍ਰੀਏਟ ਕੀਤੀ ਹੋਈ, ਪਹਿਲੇ ਤੇ ਅਸੀਂ ਬਿਜ਼ਨਸਮੈਨ ਦੀ ਗੱਲ ਕਰ ਲਈਏ। ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ, ਇੰਡੀਆ ਦੇ ਵਿੱਚ ਕਿਸੇ ਹੋਰ ਕੰਟਰੀ ਦੇ ਵਿੱਚ ਐਸਟੈਬਲਿਸ਼ਡ ਬਿਜ਼ਨਸਮੈਨ ਹੈਗੇ ਹੋ ਐਂਡ ਯੂ ਆਰ ਲੁਕਿੰਗ ਫॉर ਆਪਸ਼ਨਸ, ਤੇ ਆਪਣੀਆਂ ਸਾਰੀਆਂ ਡਿਟੇਲਸ ਸਾਡੇ ਆਫਿਸ ਨੂੰ ਕੰਟੈਕਟ ਕਰੋ, info@iccimmigration.ca ਤੇ ਸਾਨੂੰ ਈਮੇਲ ਕਰ ਸਕਦੇ ਹੋ, info@iccimmigration.ca, ਜਾਂ ਫਿਰ ਤੁਸੀਂ ਸਾਨੂੰ WhatsApp ਕਰ ਸਕਦੇ ਹੋ 647-850-9000 647-850-9000 ਤੇ ਸਾਨੂੰ WhatsApp ਕਰ ਦਿਓ ਐਂਡ ਵੀ ਕੈਨ ਗੈਦਰ ਮੋਰ ਇਨਫੋਰਮੇਸ਼ਨ ਫਰੋਮ ਯੂ। ਐਂਡ ਇੱਕ ਚੀਜ਼ ਯਾਦ ਕਰੋ, ਅਸੀਂ ਦੋ ਕੰਸਲਟੇਸ਼ਨਸ ਦਿੰਦੇ ਹਾਂ ਨਾ ਸਾਹਿਬ, ਇੱਕ ਤਾਂ ਫ੍ਰੀ ਕੰਸਲਟੇਸ਼ਨ ਦਿੰਦੇ ਹਾਂ, ਦੂਸਰੀ ਪੇਡ ਕੰਸਲਟੇਸ਼ਨ ਦਿੰਦੇ ਹਾਂ। ਫ੍ਰੀ ਕੰਸਲਟੇਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ 2 ਜਾਂ 3 ਸਵਾਲ ਤੁਹਾਡੇ ਡਿਸਕਸ ਕਰ ਸਕਦੇ ਹਾਂ, ਬਟ ਜਿਹੜੀ ਪੇਡ ਕੰਸਲਟੇਸ਼ਨ ਦੇ ਵਿੱਚ ਹੈਗਾ, ਅਸੀਂ ਤੁਹਾਡੇ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਦੇ ਹਾਂ। ਤੁਹਾਡੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਵੀ ਇਨਵੈਸਟ ਓਵਰ ਟਾਈਮ ਐਂਡ ਦੈਨ ਵੀ ਡਿਸਕਸ ਕਿ ਤੁਹਾਡੇ ਵਾਸਤੇ ਕਿਹੜੀ ਆਪਸ਼ਨ ਬੈਸਟ ਵਰਕ ਕਰ ਸਕਦੀ ਹੈ। ਐਂਡ ਬਾਅਦ ਚੋਂ ਜੇ ਇਹ 15-20 ਮਿੰਟ, ਅੱਧਾ ਘੰਟਾ, ਪੌਣਾ ਘੰਟੇ ਦੀ ਤੁਹਾਡੀ ਸਾਡੇ ਨਾਲ ਕੰਸਲਟੇਸ਼ਨ ਹੋ ਸਕਦੀ ਹੈ। ਉਸ ਤੋਂ ਬਾਅਦ ਜੇ ਤੁਸੀਂ ਸਾਡੀ ਸਰਵਿਸਿਜ਼ ਰਿਟੇਨ ਕਰਦੇ ਹੋ ਤੇ ਜਿੰਨੀ ਕੰਸਲਟੇਸ਼ਨ ਫੀਸ ਪੇ ਕੀਤੀ ਹੁੰਦੀ, ਅਸੀਂ ਉਹ ਤੁਹਾਡੇ ਐਡਜਸਟ ਹੋ ਜਾਂਦੀ ਹੈ ਤੁਹਾਡੀ ਫੀਸ ਦੇ ਵਿੱਚ। ਸੋ ਇਸ ਤਰ੍ਹਾਂ ਦੀ ਸਰਵਿਸਿਜ਼ ਹੈਗੀਆਂ। ਹੁਣ ਇਸੇ ਤਰ੍ਹਾਂ ਜਿੰਨੇ ਵੀ ਦੋਸਤ ਸਾਡੇ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣਾ ਪ੍ਰੋਫਾਈਲ ਕ੍ਰੀਏਟ ਕੀਤਾ ਹੋਇਆ, ਈਵਨ ਤੁਹਾਡਾ 300 ਸਕੋਰ ਹੈ, 450 ਸਕੋਰ ਹੈ, 500 ਸਕੋਰ ਹੈਗਾ, ਇੰਡੀਆ ਤੋਂ ਹੈਗੇ ਹੋ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੈਗੇ ਹੋ, ਤੇ ਤੁਹਾਡੀ ਐਪਲੀਕੇਸ਼ਨ ਇਸ ਟਾਈਮ ਦੇ ਉੱਤੇ ਪ੍ਰਾਇੋਰਟੀ ਦੇ ਵਿੱਚ ਨਹੀਂ ਹੈਗੀ, ਬਿਕੋਜ਼ ਐਪਲੀਕੇਸ਼ਨਸ ਇਨ ਕੈਨੇਡਾ, ਐਪਲੀਕੈਂਟਸ ਇਨ ਕੈਨੇਡਾ ਆਰ ਬੀਇੰਗ ਗਿਵਨ ਪ੍ਰਾਇੋਰਟੀ ਫॉर ਦਿਸ ਈਅਰ, ਫॉर ਨਾਓ, ਐਜ਼ ਆਫ ਨਾਓ। ਜੇ ਤੁਹਾਨੂੰ LMIA ਮਿਲਦਾ ਹੈ ਤੇ ਇਟ ਵੁੱਡ ਬੀ ਅ ਗੁੱਡ ਆਪਸ਼ਨ। ਜੇ ਤੁਸੀਂ ਕੈਨੇਡਾ ਆ ਕੇ, ਜੇ ਤੁਹਾਨੂੰ ਕੋਈ EMPLOYER ਮਿਲਦਾ ਜਿਹੜਾ ਤੁਹਾਨੂੰ ਹਾਇਰ ਕਰਨ ਵਾਸਤੇ ਤਿਆਰ ਹੈਗਾ, ਤੇ ਤੁਸੀਂ ਕੈਨੇਡਾ ਆ ਕੇ 1 ਸਾਲ ਉਹਨਾਂ ਦੇ ਕੋਲ ਕੰਮ ਕਰਨ ਦੇ ਵਿੱਚ CC ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਹੁਣ ਇਹਦੇ ਵਿੱਚ 2 ਐਡਵਾਂਟੇਜ ਹੋਈਆਂ, ਇੱਕ ਤਾਂ ਤੁਹਾਨੂੰ 50 ਪੁਆਇੰਟਸ LMIA ਦੇ ਮਿਲ ਗਏ ਜੇ ਉਹ ਨੌਕ AB ਦਾ ਤੁਹਾਡਾ ਹੈਗਾ। ਜੇ ਨੌਕ O ਦਾ ਹੈਗਾ ਤੇ ਤੁਹਾਨੂੰ 200 ਪੁਆਇੰਟ ਦਾ LMIA ਮਿਲ ਸਕਦਾ। ਦੂਸਰੀ ਚੀਜ਼ ਆ, ਹੁਣ ਇਹਦੇ 'ਚ ਇੱਕ ਹੋਰ ਐਡਵਾਂਟੇਜ ਤੁਹਾਡੀ ਕੀ ਹੈਗੀ ਹੈ ਕਿ 1 ਸਾਲ ਦਾ ਐਕਸਪੀਰੀਅੰਸ ਜਿਸ ਤਰ੍ਹਾਂ ਹੀ ਕੰਪਲੀਟ ਕਰੋਗੇ ਤੇ ਤੁਹਾਡੇ ਐਪਲੀਕੇਸ਼ਨ ਦੇ ਵਿੱਚ 40 ਤੋਂ 80 ਪੁਆਇੰਟ ਹੋਰ ਐਡ ਹੋ ਸਕਦੇ ਹੈਗੇ ਨੇ। ਸੋ ਤੁਹਾਡੇ ਕੋਲ ਜੇ ਵਰਕ ਪਰਮਿਟ ਦੀ ਆਪਸ਼ਨ ਬਣਦੀ ਹੈਗੀ ਹੈ, ਕੈਨੇਡਾ ਆ ਕੇ ਕੰਮ ਕਰਨ ਦੀ ਆਪਸ਼ਨ ਬਣਦੀ ਹੈ, ਤੇ ਡੂ ਗੋ ਫॉर दैट ਬਿਕੋਜ਼ दैट ਵਿਲ ਬੀ ਹੈਲਪਫੁਲ ਫॉर ਯੂ। ਐਂਡ ਜਾਣ ਤੋਂ ਪਹਿਲਾਂ paid consultation ਲੈਣਾ ਚਾਹੁੰਦੇ ਹੋ ਜਾਂ free consultation ਲੈਣਾ ਚਾਹੁੰਦੇ ਹੋ, it all depends upon you. We can discuss your case straight away. And ICC immigration ਤੇ ਸਾਨੂੰ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਇਆ। RDMD ਇੱਕ ਟੀਮ ਹੈਗੀ ਹੈ, ਰਿਪੁਦਮਨ ਸਿੰਘ ਢਿੱਲੋਂ, ਮਨੂ ਦੱਤਾ, we are a team, we have been in business for 14+ years and we are a team that is known for crystal clear and transparent advice. ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ we tell you, ਜਿਹੜੀ ਚੀਜ਼ ਪੋਸੀਬਲ ਨਹੀਂ ਹੁੰਦੀ ਉਹ ਵੀ ਤੁਹਾਨੂੰ ਸਟ੍ਰੇਟ ਅਵੇ ਗਾਈਡ ਕਰਦੇ ਹੈਗੇ ਆ। ਸੋ ਇਸ ਤਰ੍ਹਾਂ ਦੀ ਟ੍ਰਾਂਸਪੇਰੈਂਸੀ ਤੁਹਾਨੂੰ ਰੱਖਦੇ ਆ ਕਿ ਜੇ ਨਹੀਂ ਵੀ ਹੁੰਦਾ ਤੁਹਾਨੂੰ ਕਹਿੰਦੇ ਕਿ ਭਾਈ ਆਪਣਾ ਟਾਈਮ ਤੇ ਪੈਸਾ ਵੇਸਟ ਨਾ ਕਰੋ, ਆਪਣੇ ਮੁਲਕ ਦੇ ਵਿੱਚ ਹੀ ਕੋਈ ਤਿਆਰੀ, ਕੋਈ ਇਹੋ ਜਿਹਾ ਕੋਈ ਬਿਜ਼ਨਸ ਕਰੋ ਕਿ ਤਾਂ ਕਿ ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਕੱਟ ਸਕੋ। ਸੋ ਕੋਈ ਵੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਬਾਰੇ ਲੈਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 647-850-9000। ਥੈਂਕ ਯੂ ਵੈਰੀ ਮਚ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਅਵਲ ਤੁਹਾਨੂੰ ਟਰੱਕਿੰਗ ਵਿੱਚ